ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ। ਲੈ ਸਤਿਗੁਰ ਕੀ ਮਤ ਧੀਰ ਜਨ ਨਾਨਕ ਕੀ ਹਰਿ ਆਸ ਪੁਜਾਵੋ। ਹਰ ਦਰਸ਼ਨ ਸ਼ਾਂਤ ਸਰੀਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿਰੰਕਾਰ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਕੀ ਸੰਗਤ ਦੀ ਸੇਵਾ ਕਰਨ ਦਾ ਬਲ ਉਦਮ ਤੇ ਚਾਓ ਹਰ ਵੇਲੇ ਮਨ ਦੇ ਵਿੱਚ ਪ੍ਰਗਟ ਕਰਦੇ ਨੇ। ਆਓ ਉਹ ਨਿਰੰਕਾਰ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ। ਅਗਾਂਹ ਦੇ ਅਧਿਆਇ ਵੱਲ ਨੂੰ ਚਲੀਏ। ਗੁਰੂ ਕਿਰਪਾ ਕਰੇ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਓ ਔਰ ਇਹ ਜੋ ਬਚਨ ਗੁਰੂ ਜੀ ਕਰਵਾ ਰਹੇ ਨੇ ਸਾਡੇ ਦੋਨਾਂ ਦੇ ਕੋਲੋਂ ਉਹਨਾਂ ਨੂੰ ਆਪ ਜੀ ਨੇ ਪ੍ਰਵਾਨ ਕਰ ਲੈਣਾ। ਸ੍ਰੀ ਰਾਗ ਮਹੱਲਾ ਪਹਿਲਾ। ਸਭ ਰਸ ਮਿਠੈ ਮੰਨੀਐ ਸੁਣੀਐ ਸਾਲੂਣੇ। ਖਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ। ਛਤੇ ਹੀ ਅੰਮ੍ਰਿਤ ਪਾਓ ਏਕ ਜਾ ਕੋ ਨਦਰ ਕਰੇ। ਨਿਰੰਕਾਰ ਸੱਚੇ ਪਾਤਸ਼ਾਹ ਧੰਨ 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 ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੀ ਹੀ ਕਿਰਪਾ ਆਪਣੇ ਉੱਤੇ ਹੋ ਰਹੀ ਹੈ। ਇਹ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੀ ਸ੍ਰੀ ਰਾਗ ਦੇ ਵਿੱਚ ਜੋ ਬਾਣੀ ਚੱਲ ਰਹੀ ਹੈ ਉਹਦੇ ਵਿੱਚੋਂ ਆਪ ਜੀ ਦੀ ਸੇਵਾ ਹੋਣ ਲੱਗੀ ਹੈ। ਇਸ ਦੀ ਉਥਾਨਕਾ ਜੋ ਸਿਆਣਿਆਂ ਨੇ ਬੰਨੀ ਆ ਉਹ ਇਸ ਤਰ੍ਹਾਂ ਹੈ ਵੀ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਬਾਹਰੋਂ ਦੇਸਾਂ ਵਿਦੇਸ਼ਾਂ ਦੀ ਯਾਤਰਾ ਕਰਕੇ ਮੁੜ ਕੇ ਆਉਂਦੇ ਨੇ ਤੇ ਨਿਰੰਕਾਰ ਸੱਚੇ ਪਾਤਸ਼ਾਹ ਚੰਦਰਭਾਨ ਦੇ ਖੂਹ ਦੇ ਉੱਤੇ ਜੋ ਬਾਲਾ ਜੀ ਦੇ ਪਿਤਾ ਜੀ ਸਨ ਉੱਥੇ ਬੈਠੇ ਨੇ। ਜਦੋਂ ਉੱਥੇ ਬੈਠੇ ਨੇ ਤੇ ਮਰਦਾਨਾ ਜੀ ਨੇ ਆਗਿਆ ਲਈ ਆਖਣ ਲੱਗੇ ਮੈਂ ਪਰਿਵਾਰ ਨੂੰ ਮਿਲਿਆ ਮੈਂ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਾਓ। ਤਾਂ ਇਹਨੇ ਨੂੰ ਹੀ ਰਾਏ ਭੋਜ ਦੀ ਤਲਵੰਡੀ ਦੇ ਵਿੱਚ ਇਹ ਸਾਰੀ ਖਬਰ ਫੈਲ ਗਈ ਭਈ ਨਿਰੰਕਾਰੀ ਜੋਤ ਧੰਨ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਵੇਲੇ ਪੰਚੰਦਰ ਦੇ ਖੂਹ ਦੇ ਉੱਤੇ ਬੈਠੇ ਨੇ। ਮਾਤਾ ਪਿਤਾ ਨੂੰ ਵੀ ਬੜਾ ਚਾਅ ਚੜਿਆ। ਮਾਤਾ ਤ੍ਰਿਪਤਾ ਜੀ ਪਿਤਾ ਕਾਲੂ ਜੀ ਬੇਅੰਤ ਸੰਗਤ ਨਾਲ ਲੈ ਕੇ ਉੱਥੋਂ ਆਪਣੇ ਪੁੱਤਰ ਨੂੰ ਘਰ ਲੈ ਕੇ ਆਉਂਦੇ ਨੇ ਔਰ ਜਿਸ ਵੇਲੇ ਘਰ ਦੇ ਵਿੱਚ ਆਉਂਦੇ ਨੇ ਅਨੇਕਾਂ ਤਰ੍ਹਾਂ ਦੇ ਪਦਾਰਥ ਮਾਤਾ ਜੀ ਨੇ ਸਤਿਗੁਰ ਦੀ ਆਉਣ ਦੀ ਖੁਸ਼ੀ ਦੇ ਵਿੱਚ ਬਣਾਏ ਤੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਖਾਣ ਪੀਣ ਵਾਸਤੇ ਜਿਸ ਵੇਲੇ ਆਖਿਆ ਕਿ ਬੇਟਾ ਜੀ ਆਓ ਭੋਜਨ ਛਕੋ ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਜਦੋਂ ਸਾਰਾ ਕੁਝ ਬਣਿਆ ਦੇਖਿਆ ਆਖਣ ਲੱਗੇ ਮਾਤਾ ਜੀ ਅਸੀਂ ਹੁਣ ਇਸ ਤਰ੍ਹਾਂ ਦੇ ਭੋਜਨ ਛਕਣੇ ਬੰਦ ਕਰ ਦਿੱਤੇ ਨੇ। ਖੱਟੇ ਮਿੱਠੇ ਪਦਾਰਥ ਸਾਨੂੰ ਹੁਣ ਅੰਦਰੋਂ ਹੀ ਪ੍ਰਗਟ ਹੋਣੇ ਸ਼ੁਰੂ ਹੋ ਗਏ ਨੇ। ਤਾਂ ਇੱਥੇ ਕੁਝ ਐਸੀਆਂ ਚੀਜ਼ਾਂ ਨੇ ਜਿਹੜੀਆਂ ਚੀਜ਼ਾਂ ਸਾਡੇ ਗਿਆਨ ਇੰਦਰੀਆਂ ਦੇ ਨਾਲ ਵੀ ਇਹਨਾਂ ਦਾ ਸੰਬੰਧ ਹੈ ਔਰ ਇਸ ਵਿੱਚ ਕਈ ਵਾਰ ਸਾਡੀ ਆਸਾ ਤ੍ਰਿਸ਼ਨਾ ਜਿਹੜੀ ਹੈ ਉਹਦੇ ਨਾਲ ਵੀ ਇਹ ਸੰਬੰਧ ਰੱਖਦੇ ਨੇ। ਇਸ ਸ਼ਬਦ ਦੇ ਵਿੱਚ ਵੀ ਹਰ ਵੇਲੇ ਮਨ ਦੇ ਵਿੱਚ ਇਹ ਆਸ ਲੱਗੀ ਰਹਿੰਦੀ ਹੈ ਵੀ ਅਸੀਂ ਇਸ ਤਰ੍ਹਾਂ ਦਾ ਖਾਈਏ, ਇਸ ਤਰ੍ਹਾਂ ਦਾ ਪਹਿਨੀਏ, ਇਸ ਤਰ੍ਹਾਂ ਦਾ ਅਸੀਂ ਕੋਈ ਗੱਡੀ ਮੋਟਰ ਲਈਏ ਜਿਹਦੇ ਉੱਤੇ ਚੜ੍ਹ ਕੇ ਸਵਾਰੀ ਕਰੀਏ। ਔਰ ਇੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਸਾਰੀਆਂ ਚੀਜ਼ਾਂ ਨੂੰ ਕਿਸੇ ਹੋਰ ਰੂਪ ਦੇ ਵਿੱਚ ਸੰਸਾਰ ਨੂੰ ਸਮਝਾਉਂਦੇ ਨੇ। ਸਤਿਗੁਰ ਨੇ ਮਾਤਾ ਜੀ ਨੂੰ ਆਖਣ ਲੱਗਿਆ ਕਿ ਸਭ ਰਸ ਮਿੱਠੇ ਮੰਨੀਏ ਸੁਣੀਏ ਸਾਲੋਣੇ। ਮਾਤਾ ਜੀ ਜਿਹੜਾ ਸਮਾਂ ਪ੍ਰਭੂ ਦੀ ਯਾਦ ਦੇ ਵਿੱਚ ਸਾਡਾ ਬਤੀਤ ਹੋ ਰਿਹਾ ਹੈ ਇਹ ਮੈਨੂੰ ਇਸ ਤਰ੍ਹਾਂ ਹੈ ਕਿ ਇਸ ਸੰਸਾਰ ਦੇ ਸਾਰੇ ਮਿੱਠੇ ਪਦਾਰਥ ਹਨ, ਸਾਰੇ ਮਿੱਠੇ ਪਦਾਰਥ ਹਨ। ਤਾਂ ਕਹਿੰਦੇ ਵੀ ਜਿਹੜੀ ਜਦੋਂ ਸੁਰਤੀ ਉਹ ਪਰਮਾਤਮਾ ਨਿਰੰਕਾਰ ਦੇ ਨਾਮ ਦੇ ਵਿੱਚ ਜੁੜ ਜਾਂਦੀ ਹੈ ਤੇ ਮੈਨੂੰ ਇਸ ਤਰ੍ਹਾਂ ਅਨੁਭਵ ਹੋ ਰਿਹਾ ਕਿ ਇਹ ਸਾਰੇ ਪਦਾਰਥ ਜਿਹੜੇ ਨੇ ਇਹ ਸਲੂਣੇ ਨੇ, ਲੂਣ ਵਾਲੇ ਨੇ।
ਸੋ ਇਸ ਕਾਰਨ ਕਰਕੇ ਮਾਤਾ ਜੀ ਜਿਹੜੀਆਂ ਹੁਣ ਬਾਹਰਲੀਆਂ ਵਸਤੂਆਂ ਨੇ ਇਹ ਸਾਨੂੰ ਹੁਣ ਚੰਗੀਆਂ ਨਹੀਂ ਲੱਗਦੀਆਂ। ਖਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ। ਖੱਟ ਤੁਰਸੀ ਦਾ ਮਤਲਬ ਨਿਕਲਦਾ ਹੈ ਜਿਹੜੇ ਖੱਟੇ ਮਿੱਠੇ ਪਦਾਰਥ ਹੁੰਦੇ ਨੇ, ਜਿਸ ਤਰ੍ਹਾਂ ਆਪਾਂ ਚਟਣੀਆਂ ਬਣਾਉਂਦੇ ਹਾਂ ਘਰ ਦੇ ਵਿੱਚ ਜਾਂ ਹੋਰ ਇਸ ਤਰ੍ਹਾਂ ਦਾ ਸੌਸ ਬੜੇ ਤਰ੍ਹਾਂ ਦੇ ਹੁਣ ਮਿਲਦੇ ਨੇ ਜਿਹੜੇ ਖੱਟੇ ਮਿੱਠੇ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਮੈਂ ਅਕਾਲ ਪੁਰਖ ਦਾ ਨਾਮ ਆਪਣੇ ਮੂੰਹ ਦੇ ਵਿੱਚੋਂ ਬੋਲ ਰਿਹਾ ਜਾਂ ਬਚਨ ਜੋ ਬੋਲ ਰਿਹਾ ਉਹਦੀ ਕਿਰਪਾ ਦੇ ਨਾਲ ਇਹ ਮੇਰੇ ਤੇ ਖੱਟੇ ਮਿੱਠੇ ਪਦਾਰਥ ਨੇ ਮਾਤਾ ਜੀ। ਤੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਮੈਂ ਕੀਰਤੀ ਕਰ ਰਿਹਾ ਹਾਂ ਇਹ ਮੂੰਹ ਦੇ ਨਾਲ, ਇਹ ਮੈਨੂੰ ਇਸ ਤਰ੍ਹਾਂ ਅਨੁਭਵ ਹੋ ਰਿਹਾ ਕਿ ਇਹ ਮੇਰੇ ਮਸਾਲੇ ਨੇ। ਜਦੋਂ ਮੈਂ ਉਹ ਅਕਾਲ ਪੁਰਖ ਦੀ ਬੰਦਗੀ ਕਰਦਾ, ਉਹਦੇ ਨਾਦ ਨੂੰ ਸੁਣਦਾ ਹਾਂ, ਉਹਦੇ ਸ਼ਬਦ ਨੂੰ ਜੁੜਦਾ ਹਾਂ, ਉਸ ਵੇਲੇ ਮੈਨੂੰ ਇਸ ਤਰ੍ਹਾਂ ਅਨੁਭਵ ਹੁੰਦਾ ਹੈ। ਛੱਤੀ ਅੰਮ੍ਰਿਤ ਪਾਓ ਏਕ ਜਾ ਕੋ ਨਦਰ ਕਰੇ। ਮਾਤਾ ਜੀ ਮੈਨੂੰ 36 ਤਰ੍ਹਾਂ ਦੇ ਜਿਹੜੇ ਵੱਖਰੇ ਵੱਖਰੇ ਭੋਜਨ ਨੇ, 36 ਤਰ੍ਹਾਂ ਦੇ ਪਦਾਰਥ ਉਸ ਵੇਲੇ ਨਸੀਬ ਹੋ ਜਾਂਦੇ ਨੇ ਜਿਸ ਵੇਲੇ ਮੇਰੇ ਉੱਤੇ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਰਹਿਮ ਦੀ ਨਜ਼ਰ ਕਰਦੇ ਨੇ। ਬਾਬਾ ਹੋਰ ਖਾਣਾ ਖੁਸ਼ੀ ਖੁਆਰ। ਤੇ ਜਿਹੜੀ ਬਾਕੀ ਵੀ ਸੰਗਤ ਉੱਥੇ ਬੈਠੀ ਸੀ ਸਤਿਗੁਰਾਂ ਦੇ ਦਰਸ਼ਨਾਂ ਨੂੰ ਆਈ, ਸਤਿਗੁਰਾਂ ਨੇ ਸਾਰਿਆਂ ਨੂੰ ਸੰਬੋਧਨ ਕਰਕੇ ਆਖਣ ਲੱਗੇ ਕਿ ਹੋਰ ਜਿਹੜਾ ਖਾਣਾ ਹੈ, ਜਿਹੜੇ ਹੋਰ ਸਵਾਦਲੇ ਪਦਾਰਥ ਨੇ ਜਿਹੜੇ ਕਿ ਸਾਨੂੰ ਜੀਭ ਦੇ ਰਸ ਦੇ ਰਾਹੀਂ ਅੰਦਰੋਂ ਵਿਕਾਰਾਂ ਨੂੰ ਪ੍ਰਗਟ ਕਰਦੇ ਨੇ, ਇਹ ਸਾਰੇ ਹੀ ਵਿਕਾਰ ਹਨ। ਜਿਤ ਖਾਦੈ ਤਨ ਪੀੜੀਐ ਮਨ ਮਹਿ ਚਲਹਿ ਵਿਕਾਰ। ਜਿਨ੍ਹਾਂ ਖਾਣ ਦੇ ਨਾਲ ਤਨ ਦੇ ਵਿੱਚ ਪੀੜ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ। ਦਰਦ ਕਾਦੀ? ਵਿਕਾਰਾਂ ਦੀ। ਕਹਿੰਦੇ ਵੀ ਜਿਸ ਵੇਲੇ ਫਿਰ ਇਹ ਪਦਾਰਥ ਅਸੀਂ ਖਾਂਦੇ ਹਾਂ ਉਸ ਵੇਲੇ ਸਾਡੇ ਅੰਦਰ ਅਨੇਕਾਂ ਤਰ੍ਹਾਂ ਦੀਆਂ ਪੀੜਾਂ, ਅਨੇਕਾਂ ਤਰ੍ਹਾਂ ਦੇ ਵਿਕਾਰ ਉੱਠਣੇ ਸ਼ੁਰੂ ਹੋ ਜਾਂਦੇ ਨੇ। ਸੋ ਇਸ ਕਾਰਨ ਕਰਕੇ ਭਾਈ ਜਨੋ ਸੰਗਤ ਨੂੰ ਮਹਾਰਾਜ ਸੰਬੋਧਨ ਕਰਦੇ ਨੇ ਵੀ ਇਹ ਖਾਣੇ ਬੇਅਰਥ ਹਨ। ਰਹਾਉ ਰਤਾ ਪੈਨਣ ਮਨ ਰਤਾ ਸੁਪੇਦੀ ਸਤਦਾਨ। ਹੁਣ ਉੱਥੋਂ ਸਵਾਲ ਹੋ ਗਿਆ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਸ ਤਰ੍ਹਾਂ ਦਾ ਵਸਤਰ ਪਹਿਨੀਏ। ਕਿਉਂਕਿ ਆਪਾਂ ਅੱਜ ਵੀ ਦੇਖਦੇ ਹਾਂ ਵੀ ਆਪਾਂ ਬੜੇ ਵੱਖਰੇ ਵੱਖਰੇ ਤਰ੍ਹਾਂ ਦੇ ਬੜੇ ਮਹਿੰਗੇ ਮਹਿੰਗੇ ਵਸਤਰ ਪਹਿਨਦੇ ਹਾਂ, ਪਰ ਸਤਿਗੁਰ ਸੱਚੇ ਪਾਤਸ਼ਾਹ ਦਾ ਜਦੋਂ ਖੰਡੇ ਪਾਟੇ ਦਾ ਅੰਮ੍ਰਿਤ ਛਕਦੇ ਹਾਂ ਤਾਂ ਉਸ ਵੇਲੇ ਗੁਰੂ ਕੀ ਸੰਗਤ ਨੂੰ ਇਹ ਹੁਕਮ ਲਾਇਆ ਜਾਂਦਾ ਹੈ ਪੰਜਾਂ ਪਿਆਰਿਆਂ ਵੱਲੋਂ ਵੀ ਤੁਸੀਂ 4 ਰੰਗਾਂ ਦੇ ਵਿੱਚ ਆਪਣਾ ਜੀਵਨ ਬਤੀਤ ਕਰਨਾ, ਜਿਹੜਾ ਹੈ ਕਿ ਕਾਲਾ, ਨੀਲਾ, ਚਿੱਟਾ ਤੇ ਕੇਸਰੀ, ਕਿਉਂਕਿ ਇਹ ਰੰਗ ਭੜਕਾਊ ਨਹੀਂ ਹਨ। ਤੇ ਹੁਣ ਜਿਸ ਵੇਲੇ ਉਹਨਾਂ ਨੇ ਇਹ ਗੱਲ ਪੁੱਛੀ ਤਾਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਪ੍ਰਭੂ ਦੀ ਪ੍ਰੀਤ ਦੇ ਨਾਲ ਜੀਵ ਦਾ ਮਨ, ਜੀਵ ਦੀ ਆਤਮਾ ਰੰਗੀ ਜਾਵੇ ਤਾਂ ਉਸ ਨੂੰ ਲਾਲ ਰੰਗ ਸਮਝਣਾ ਚਾਹੀਦਾ ਹੈ। ਗੁਰੂ ਨੇ ਕਿਰਪਾ ਕੀਤੀ, ਕਹਿੰਦੇ ਨੇ ਲਾਲ ਰੰਗ ਤਿਸ ਕੋ ਲੱਗਾ ਸੋਈ ਵੱਡ ਭਾਗਾ। ਵੱਡੇ ਭਾਗਾਂ ਵਾਲਾ ਉਹ ਹੈ ਜਿਹਨੂੰ ਨਿਰੰਕਾਰ ਦਾ ਮਜੀਠਾ ਰੰਗ ਚੜ ਗਿਆ। ਕਹਿੰਦੇ ਸਾਡੇ ਵਾਸਤੇ ਉਹ ਜਿਹੜਾ ਰੰਗ ਹੈ ਉਹ ਲਾਲ ਰੰਗ ਹੈ। ਤੇ ਜਦੋਂ ਅਸੀਂ ਸੇਵਾ ਕਰਦੇ ਹਾਂ, ਨਿਰੰਕਾਰ ਦੀ ਸੇਵਾ ਕਰਨ ਦੇ ਨਾਲ ਜਦੋਂ ਸਾਡਾ ਮਨ ਨਿਰਮਲ ਹੋਣਾ ਸ਼ੁਰੂ ਹੋ ਜਾਂਦਾ, ਇਹ ਸਾਨੂੰ ਸਾਫ਼ ਰੰਗ ਦਾ ਵਸਤਰ ਅਨੁਭਵ ਹੁੰਦਾ ਹੈ। ਨੀਲੀ ਸਿਆਹੀ ਕਦਾ ਕਰਨੀ ਪਹਿਰਣ ਪੈਰ ਧਿਆਨ। ਜਦੋਂ ਅਸੀਂ ਨਿਰੰਕਾਰ ਸੱਚੇ ਪਾਤਸ਼ਾਹ ਦੇ ਨਾਮ ਦੇ ਨਾਲ ਆਪਣੇ ਮਨ ਦੀ ਮੈਲ ਕੱਟ ਦਿੰਦੇ ਹਾਂ, ਇਹ ਸਾਨੂੰ ਨੀਲੀ ਪਿਸ਼ਾਕ ਅਨੁਭਵ ਕਰਦੀ ਹੈ, ਸ਼ੋਭਦੀ ਹੈ। ਤੇ ਉਸ ਤੋਂ ਉਪਰੰਤ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਤੇ ਜਦੋਂ ਸਾਡਾ ਪ੍ਰਭੂ ਦੇ ਨਾਲ ਚਰਨਾਂ ਦੇ ਨਾਲ ਧਿਆਨ ਜੁੜ ਜਾਂਦਾ ਹੈ, ਜਿਸ ਮੈਲ ਖਤਮ ਹੋ ਗਈ, ਪ੍ਰਭੂ ਦੇ ਚਰਨਾਂ ਦੇ ਨਾਲ ਸਾਡਾ ਧਿਆਨ ਲੱਗਣਾ ਸ਼ੁਰੂ ਹੋ ਗਿਆ, ਉਸ ਵੇਲੇ ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਇਹ ਨੀਲੀ ਪੁਸ਼ਾਕ ਸਾਨੂੰ ਔਰ ਉਹ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਅਨੁਭਵ ਹੁੰਦੀ ਹੈ। ਕਮਰ ਬੰਦ ਸੰਤੋਖ ਕਾ ਤਨ ਜੋ ਬਨ ਤੇਰਾ ਨਾਮ। ਨਿਰੰਕਾਰ ਕਹਿੰਦੇ ਨੇ ਜਿਹੜਾ ਮੈਂ ਕਮਰ ਕੱਸਾ ਕੀਤਾ ਹੋਇਆ ਹੈ। ਆਪ ਜੀ ਦੇਖਦੇ ਹੋ ਅਜੇ ਵੀ ਬਹੁਤ ਸਿੰਘ ਨੇ ਜਿਸ ਵੇਲੇ ਕਮਰ ਕੱਸਾ ਕਰਕੇ ਬੈਠਦੇ ਨੇ
ਮਹਾਰਾਜ ਕਹਿੰਦੇ ਵੀ ਜਿਹੜਾ ਕਮਰ ਕੱਸਾ ਅਸੀਂ ਕੀਤਾ ਹੋਇਆ ਹੈ ਉਹ ਸੰਤੋਖ ਦਾ ਹੈ। ਸੰਤੋਖ ਦਾ ਅਸੀਂ ਕਮਰ ਕੱਸਾ ਬੰਨ ਕੇ ਨਾਲ ਜਿਹੜਾ ਮੇਰਾ ਧਨ ਹੈ, ਮੇਰਾ ਜੋਬਨ, ਮੇਰਾ ਜਿਹੜਾ ਧਨ ਤੇ ਜੋਬਨ, ਜੋਬਨ ਕਹਿੰਦੇ ਨੇ ਜਵਾਨੀ ਨੂੰ, ਤਾਂ ਕਹਿੰਦੇ ਇਹ ਸਾਰਾ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਦਾ ਨਾਮ ਹੀ ਹੈ। ਬਾਬਾ ਹੋਰ ਪੈਨਣ ਖੁਸ਼ੀ ਖੁਆਰ। ਨਿਰੰਕਾਰ ਕਹਿੰਦੇ ਨੇ ਵੀ ਇਹ ਸੰਸਾਰ ਦੇ ਜੀਵੋ ਹੋਰ ਜਿਹੜਾ ਪਹਿਨਣਾ, ਜਿਸ ਪਹਿਨਣ ਦੇ ਨਾਲ ਸਾਡਾ ਮਨ ਵਿਕਾਰਾਂ ਵੱਲੋਂ ਤੁਰ ਜਾਵੇ, ਜਾਂ ਸਾਡੇ ਐਸੇ ਵਸਤਰ ਪਾਏ ਹੋਣ, ਅਸੀਂ ਤਾਂ ਆਪਣੇ ਆਪ ਨੂੰ ਸੁਚੇਤ ਕਰਕੇ ਚੱਲੀਏ, ਪਰ ਦੂਜੇ ਦੇਖ ਕੇ ਉਹਦੇ ਉੱਤੇ ਗਲਤ ਕਿਆਫੇ ਲਾ ਲੈਣ, ਗਲਤ ਅੰਦਾਜ਼ੇ ਲਾ ਲੈਣਾ, ਤਾਂ ਕਹਿੰਦੇ ਵੀ ਉਹ ਸਾਰੇ ਜਿਹੜੇ ਵਸਤਰ ਨੇ ਉਹਨਾਂ ਨੂੰ ਪਹਿਨਣਾ ਬੇਕਾਰ ਹੈ। ਜਿਤ ਪੈਦੇ ਤਨ ਪੀੜੀਐ ਮਨ ਮਹਿ ਚਲੈ ਵਿਕਾਰ। ਜਿਨ੍ਹਾਂ ਨੂੰ ਪਹਿਨਣ ਦੇ ਨਾਲ ਮੇਰੇ ਮਨ ਦੇ ਵਿੱਚ ਵਿਕਾਰ ਉੱਠਣ, ਜਾਂ ਦੂਸਰੇ ਦੇ ਮਨ ਦੇ ਵਿੱਚ ਵਿਕਾਰ ਉੱਠਣ, ਵਿਕਾਰ ਆਪ ਸਮਝਦੇ ਹੋ, ਸਿਆਣੇ ਹੋ ਸਾਰੇ। ਹੁਣ ਉਹ ਵਿਕਾਰਾਂ ਨੂੰ ਗਾਹ ਜਾ ਕੇ ਗੁਰੂ ਜੀ ਗਾਹ ਇਹਨਾਂ ਦੀ ਖੁਲਾਸਾ ਵੀ ਕਰਨਗੇ, ਪਰ ਕਹਿੰਦੇ ਨੇ ਜਿਹਦੇ ਨਾਲ ਮੇਰੇ ਮਨ ਨੂੰ ਤਕਲੀਫ ਹੋ ਰਹੀ ਹੋਵੇ ਜਾਂ ਦੂਸਰੇ ਦੇ ਮਨ ਨੂੰ ਤਕਲੀਫ ਹੋ ਰਹੀ ਹੋਵੇ, ਉਹ ਪਹਿਨਣਾ ਬੇਅਰਥ ਹੈ। ਰਹਾਉ ਕੋੜੇ ਪਾਖਰ ਸੋਏ ਨੇ ਸਾਖਤ ਬੁੱਝਣ ਤੇਰੀ ਵਾਟ। ਹੁਣ ਸਤਿਗੁਰ ਸੱਚੇ ਪਾਤਸ਼ਾਹ ਤੋਂ ਪੁੱਛਦੇ ਨੇ ਵੀ ਅਸੀਂ ਜਿਹੜੇ ਸੋਹਣੇ ਸੋਹਣੇ ਘੋੜੇ ਰੱਖੇ ਹੋਏ ਨੇ, ਔਰ ਕੀ ਇਹਨਾਂ ਦੀ ਸਵਾਰੀ ਜਿਹੜੀ ਹੈ ਉਹ ਆਪ ਜੀ ਨੂੰ ਮਨਜ਼ੂਰ ਹੈ? ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ, ਜਦੋਂ ਮੈਂ ਨਿਰੰਕਾਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਪਣੀ ਸੁਰਤ ਨੂੰ ਜੋੜ ਲੈਂਦਾ ਹਾਂ, ਮੇਰੀ ਸੁਰਤ ਉਸ ਵੇਲੇ ਜਦੋਂ ਉੱਚੀਆਂ ਉਡਾਰੀਆਂ ਲਾਉਣੀਆਂ ਸ਼ੁਰੂ ਕਰ ਦਿੰਦੀ ਹੈ, ਤਾਂ ਮੈਨੂੰ ਉਹ ਸੁਰਤ ਜੋੜਨ ਦੇ ਨਾਲ, ਨਾਮ ਦੇ ਨਾਲ ਜਦੋਂ ਮੇਰੀ ਸੁਰਤ ਜੁੜਦੀ ਹੈ, ਉਸ ਵੇਲੇ ਮੈਨੂੰ ਇਸ ਤਰ੍ਹਾਂ ਅਨੁਭਵ ਹੁੰਦਾ ਹੈ ਕਿ ਮੈਂ ਸੋਨੇ ਦੀ ਕਾਠੀ ਪਾ ਕੇ ਇੱਕ ਬਹੁਤ ਅੱਛੇ ਘੋੜੇ ਦੇ ਉੱਤੇ ਚੜਿਆ ਹੋਇਆ ਹਾਂ, ਜਿਹੜੀ ਕਿ ਮੇਰੀ ਵਾਟ ਨੂੰ ਮਕਾ ਰਹੀ ਹੈ। ਤਸ ਕਰ ਤੀਰ ਕਮਾਨ ਸਾੰਗ ਤੇਗ ਬੰਦ ਗੁਣ ਤਾਤ। ਤੇ ਕਹਿੰਦੇ ਵੀ ਮੈਂ ਜਿਹੜੇ ਮੇਰੇ ਅੰਦਰ ਵਿਕਾਰ ਨੇ, ਜਾਂ ਦੁਨੀਆ ਦੇ ਉੱਤੇ ਜਿਹੜੇ ਦੁਸ਼ਮਣ ਕਹਿ ਸਕਦੇ ਹਾਂ, ਵੈਰੀ ਕਹਿ ਸਕਦੇ ਹਾਂ, ਕਹਿੰਦੇ ਉਹਨਾਂ ਨੂੰ ਖਤਮ ਕਰਨ ਵਾਸਤੇ ਤਸਕਰ ਕਹਿੰਦੇ ਨੇ ਤੀਰਾਂ ਦਾ ਪੱਥਾ। ਜਿਸ ਵੇਲੇ ਤੀਰ ਕਮਾਨ ਦਾ ਪੱਥਾ ਅਸੀਂ ਮੋਢੇ ਤੇ ਪਾਇਆ ਹੁੰਦਾ, ਕਈ ਫੋਟੋ ਗੁਰੂ ਕਲਗੀਧਰ ਪਾਤਸ਼ਾਹ ਜੀ ਆਪ ਦੇਖਦੇ ਵੀ ਹੋ, ਕਿ ਉਹ ਤੁਹਾਨੂੰ ਇਸ ਤਰ੍ਹਾਂ ਅਨੁਭਵ ਹੁੰਦਾ ਹੈ ਕਿ ਉਹਨਾਂ ਨੇ ਤੀਰਾਂ ਦਾ ਪੱਥਾ ਨਾਲ ਕਮਾਨ ਵੀ ਪਾਈ ਹੋਈ ਹੈ, ਤੇ ਹੋਰ ਵੀ ਅਨੇਕਾਂ ਤਰ੍ਹਾਂ ਦੇ ਸ਼ਾਸਤਰ ਸਤਿਗੁਰਾਂ ਰੱਖੇ ਹੁੰਦੇ ਨੇ। ਇੱਥੇ ਉਹ ਕਹਿੰਦੇ ਨੇ ਵੀ ਮੈਂ ਉਹ ਜਿਹੜੇ ਬਾਹਰ ਵਾਲੇ ਸ਼ਾਸਤਰ ਉਹ ਨਹੀਂ ਪਾਏ। ਸਤਿਗੁਰ ਕਹਿੰਦੇ ਨੇ, ਇੱਥੇ ਕਹਿੰਦੇ ਨੇ ਉਹ ਅਕਾਲ ਪੁਰਖ ਦੀ ਸਿਫਤ ਸਲਾਹ ਜਿਹੜੀ ਹੈ, ਅਕਾਲ ਪੁਰਖ ਵੱਲੋਂ ਉੱਚੀ ਸੁੱਚੀ ਸੋਚ ਜੋ ਮੇਰੀ ਹੈ, ਉਹ ਮੇਰੇ ਸਾਰੇ ਭੱਤੇ ਦੇ ਤੀਰ ਹਨ, ਤੇ ਉਹੀ ਬਾਕੀ ਦੇ ਜਿਹੜੇ ਯਾਨੀ ਕਿ ਕਮਾਨ ਵੀ ਤੇ ਵਰਸ਼ੀ, ਜਿਨ੍ਹਾਂ ਦੇ ਨਾਲ ਮੈਂ ਸੰਸਾਰ ਨੂੰ ਮਿੱਠੀ ਬੋਲੀ ਦੇ ਨਾਲ ਜਿੱਤ ਲੈਣਾ, ਇਹ ਮੇਰੇ ਸਾਰੇ ਸ਼ਸਤਰ ਹਨ। ਵਾਜਾ ਨੇਜਾ ਪਤ ਸਿਓ ਪ੍ਰਗਟ ਕਰਮ ਤੇਰਾ ਮੇਰੀ ਜਾਤ। ਅਕਾਲ ਪੁਰਖ ਨਿਰੰਕਾਰ ਦੇ ਦਰ ਦੇ ਉੱਤੇ ਜਦੋਂ ਮੈਂ ਆਪਣੀ ਪਤ ਉੱਚੀ ਤੇ ਸੁੱਚੀ ਲੈ ਕੇ ਜਾਂਦਾ, ਇਹ ਮੇਰਾ ਵਾਜਾ ਹੈ। ਤੇ ਔਰ ਨਿਰੰਕਾਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਸ ਵੇਲੇ ਉਹਦੀ ਮਿਹਰ ਦੀ ਨਜ਼ਰ ਮੇਰੇ ਉੱਤੇ ਹੋ ਜਾਂਦੀ ਹੈ, ਉਹ ਮੇਰੀ ਇੱਕ ਉੱਚੀ ਕੁੱਲ ਬਣ ਜਾਂਦੀ। ਮੇਰੀ ਕੁੱਲ ਜਿਹੜੀ ਹੈ, ਜਾਂ ਮੇਰੀ ਜਿਹੜਾ ਮੈਨੂੰ ਸੰਸਾਰ ਤੇ ਵਡਿਆਈਆਂ ਮਿਲਣ ਲੱਗ ਪੈਂਦੀਆਂ ਨੇ, ਇਹ ਉਸ ਨਿਰੰਕਾਰ ਦੀ ਕਿਰਪਾ ਦੇ ਨਾਲ ਮੇਰਾ ਕਰਮ ਤੇ ਮੇਰੀ ਜਾਤ ਉਹ ਉਸ ਅਕਾਲ ਪੁਰਖ ਦੀ ਨਜ਼ਰ ਬਣ ਜਾਂਦੀ ਹੈ। ਬਾਬਾ ਹੋਰ ਚੜਨਾ ਖੁਸ਼ੀ ਖੁਆਰ। ਨਿਰੰਕਾਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਬਾਕੀ ਜਿਹੜੀ ਲੋਕਾਂ ਨੂੰ ਦਿਖਾਉਣ ਵਾਸਤੇ ਆਪਣੀ ਹਉਮੈ ਦਾ ਪ੍ਰਗਟਾਵਾ, ਆਪਣੇ ਕ੍ਰੋਧ ਦਾ, ਆਪਣੇ ਮੋਹ ਦਾ, ਆਪਣੇ ਹੰਕਾਰ ਦਾ ਪ੍ਰਗਟਾਵਾ ਕਰਨ ਵਾਸਤੇ ਸੋਹਣੇ ਸੋਹਣੇ ਘੋੜੇ ਤੁਸੀਂ ਘੋੜੀਆਂ ਰੱਖਦੇ ਹੋ, ਜਾਂ ਹੋਰ ਕੋਈ ਸਵਾਰੀ ਦਾ ਸਾਧਨ ਰੱਖਦੇ ਹੋ, ਜਿਨ੍ਹਾਂ ਉੱਤੇ ਸੋਨੇ ਦੀਆਂ ਕਾਠੀਆਂ ਪਾ ਕੇ ਰੱਖਦੇ ਹੋ, ਇਹਨਾਂ ਦੇ ਨਾਲ ਤੁਹਾਡੇ ਮਨ ਦੇ ਵਿੱਚ ਵਿਕਾਰ ਉੱਠੇਗਾ। ਤੁਹਾਡੇ ਵਿਕਾਰਾਂ ਦੇ ਵਿੱਚੋਂ ਜਿਹੜੇ 5 ਤੱਤ ਨੇ, ਇਹ ਵੀ ਵਿਕਾਰੀ ਤੱਤ ਨੇ। ਕਹਿੰਦੇ ਵੀ ਇਸ ਕਾਰਨ ਕਰਕੇ ਉਹਨਾਂ ਦੇ ਉੱਤੇ ਚੜ੍ਹਨਾ ਸਾਰਾ ਹੀ
ਵੇ ਅਰਥ ਹੈ, ਵੇਕਾਰ ਹੈ, ਜਿਹਦੇ ਨਾਲ ਮੈਨੂੰ ਪਰਮਾਤਮਾ ਦੇ ਨਾਲ ਮੇਰੀ ਦੂਰੀ ਪੈ ਜਾਵੇ। ਉਹ ਸਾਰਾ ਹੀ ਜਿਹੜੇ ਇਹ ਘੋੜੇ ਨੇ ਜਾਂ ਹੋਰ ਅਨੇਕਾਂ ਤਰ੍ਹਾਂ ਦੀਆਂ ਚੀਜ਼ਾਂ ਨੇ ਤੇ ਉਹ ਸਾਰੀਆਂ ਵਿਅਰਥ ਹਨ। ਜਿਤ ਚੜੀ ਐ ਤਨ ਪੀੜੀ ਐ, ਮਨ ਮਹਿ ਚਲੈ ਵਿਕਾਰ। ਜਿਨ੍ਹਾਂ ਇਹਨਾਂ ਘੋੜਿਆਂ ਤੇ ਸੋਹਣੀਆਂ ਸੋਹਣੀਆਂ ਕਾਠੀਆਂ ਰੱਖ ਕੇ ਜਾਂ ਹੋਰ ਚੀਜ਼ਾਂ ਰੱਖ ਕੇ ਅਸੀਂ ਇਹਨਾਂ ਦੇ ਉੱਤੇ ਚੜ੍ਹ ਕੇ ਲੋਕਾਂ ਨੂੰ ਦਿਖਾਉਂਦੇ ਹਾਂ, ਇਹਦੇ ਨਾਲ ਮੇਰੇ ਮਨ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਵਿਕਾਰ ਉੱਠਦੇ ਨੇ। ਇਸ ਕਾਰਨ ਕਰਕੇ ਇਹ ਸਾਰਾ ਚੜ੍ਹਨਾ ਇਹਨਾਂ ਦੇ ਉੱਤੇ ਬੇਅਰਥ ਹੈ। ਰਹਾਉ ਘਰ ਮੰਦਰ ਖੁਸ਼ੀ ਨਾਮ ਕੀ, ਨਦਰ ਤੇਰੀ ਪਰਵਾਰ। ਨਿਰੰਕਾਰ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਹੁਣ ਜਿਹੜੇ ਉਹਨਾਂ ਨੂੰ ਪੁੱਛਿਆ, ਸਵਾਲ ਕੀਤਾ ਵੀ ਜਿਹੜੇ ਸੋਹਣੇ ਸੋਹਣੇ ਘਰ ਬਣਾਏ ਜਾਂਦੇ ਨੇ, ਮੰਦਰ ਬਣਾਏ ਜਾਂਦੇ ਨੇ, ਉਸ ਬਾਰੇ ਆਪ ਜੀ ਸਾਨੂੰ ਗਿਆਨ ਦੇਵੋ। ਤੇ ਮਾਲਕ ਸੱਚੇ ਪਾਤਸ਼ਾਹ ਇੱਥੇ ਵੀ ਉਹਨਾਂ ਚੀਜ਼ਾਂ ਨੂੰ ਖੰਡਨ ਕਰਦੇ ਨੇ ਜਿਨ੍ਹਾਂ ਦੇ ਨਾਲ ਸਾਡੇ ਅੰਦਰ ਹੰਕਾਰ ਪ੍ਰਗਟ ਹੋ ਜਾਂਦਾ, ਪਰਮਾਤਮਾ ਦੇ ਨਾਲ ਸਾਡੀ ਦੂਰੀ ਪੈ ਜਾਂਦੀ ਹੈ। ਸਤਿਗੁਰ ਕਹਿੰਦੇ ਨੇ ਕਿ ਮੇਰੇ ਵਾਸਤੇ ਘਰ, ਤੇ ਘਰ ਕਹਿੰਦੇ ਨੇ ਹੁੰਦਾ ਜਦੋਂ ਕੱਚਾ ਅਸਥਾਨ ਹੋਵੇ ਉਹਨੂੰ ਘਰ ਗਿਆ ਹੈ, ਮੰਦਰ ਹੁੰਦਾ ਪੱਕੇ ਨੂੰ ਕਿਹਾ ਜਾਂਦਾ ਹੈ। ਕਹਿੰਦੇ ਜਿਹੜੇ ਕਿ ਮੇਰੇ ਮਨ ਦੇ ਵਿੱਚ ਉਹ ਜਿਹੜੀਆਂ ਖੁਸ਼ੀਆਂ ਉੱਠਦੀਆਂ ਨੇ, ਜਿਹੜੀ ਖੁਸ਼ੀ ਮੇਰੇ ਮਨ ਦੇ ਵਿੱਚ ਉਹਦਾ ਨਾਮ ਜਪਣ ਦੇ ਨਾਲ, ਉਹਦੀ ਬੰਦਗੀ ਕਰਨ ਦੇ ਨਾਲ ਮਿਲਦੀਆਂ ਨੇ, ਉਹੀ ਮੇਰੇ ਵਾਸਤੇ ਜਿੱਥੇ ਵੀ ਮੈਂ ਬੈਠ ਜਾਂਦਾ ਹਾਂ, ਭਾਵੇਂ ਉਹ ਟੁੱਟੀ ਝੌਂਪੜੀ ਵੀ ਹੋਵੇ, ਉਹੀ ਮੈਨੂੰ ਘਰ ਤੇ ਮੰਦਰ ਲੱਗਣ ਲੱਗ ਪੈਂਦੇ ਨੇ ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਦੀ ਬੰਦਗੀ ਹੁੰਦੀ ਹੈ। ਤਾਂ ਹੀ ਮਹਾਰਾਜ ਨੇ ਇੱਕ ਜਗ੍ਹਾ ਦੇ ਉੱਤੇ ਇਹ ਸਾਨੂੰ ਘਰ ਮੰਦਰ ਸੋਹਣੇ ਹਟ ਨਾਲੇ ਤਿਸ ਵਿੱਚ ਨਾਮ ਨਿਵਾਸੀ ਰਾਮ, ਜਿਹੜੇ ਉਹੀ ਘਰ ਚੰਗੇ ਨੇ, ਉਹੀ ਮੰਦਰ ਨੇ, ਭਾਵੇਂ ਕਿਸੇ ਰੂਪ ਦੇ ਵਿੱਚ ਹੋਣ, ਜਿੱਥੇ ਉਹ ਨਿਰੰਕਾਰ ਦੀ ਬੰਦਗੀ ਹੋ ਰਹੀ ਹੋਵੇ, ਉਹੀ ਮੈਨੂੰ ਪ੍ਰਵਾਨ ਹਨ। ਹੁਕਮ ਸੋਈ ਤੁਧ ਭਾਵਸੀ, ਹੋਰ ਆਖਣ ਬਹੁਤ ਅਪਾਰ। ਹੁਕਮ ਸੋਈ ਤੁਧ ਭਾਵਸੀ, ਅਕਾਲ ਪੁਰਖ ਸੱਚੇ ਪਾਤਸ਼ਾਹ ਨੂੰ ਸਾਡੀ ਉਹੀ ਰਜ਼ਾ, ਉਹੀ ਗੱਲ ਉਸ ਨੂੰ ਚੰਗੀ ਲੱਗਦੀ ਹੈ ਕਿ ਅਸੀਂ ਉਹਦੇ ਹੁਕਮ ਦੇ ਵਿੱਚ ਰਹੀਏ, ਉਹਦੀ ਰਜ਼ਾ ਦੇ ਵਿੱਚ ਜਦੋਂ ਅਸੀਂ ਰਹਾਂਗੇ, ਇਹ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਪਾਉਂਦਾ ਹੈ। ਤੇ ਹੋਰ ਆਖਣ ਬਹੁਤ ਅਪਾਰ, ਕਹਿੰਦੇ ਵਾਕਈ ਜਿਹੜੀਆਂ ਗੱਲਾਂ ਅਸੀਂ ਦੂਸਰਿਆਂ ਦੇ ਨਾਲ ਬੇਅਰਥ ਕਰਦੇ ਨੇ, ਇਹ ਗੱਲਾਂ ਦਾ ਕੋਈ ਵੀ ਫਾਇਦਾ ਨਹੀਂ ਹੈ। ਨਾਨਕ ਸੱਚਾ ਪਾਤਸ਼ਾਹੋ, ਪੂਛ ਨ ਕਰੇ ਵਿਚਾਰ। ਨਿਰੰਕਾਰ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਅਕਾਲ ਪੁਰਖ ਨਿਰੰਕਾਰ ਸੱਚਾ ਪਾਤਸ਼ਾਹ ਸਦਾ ਥਿਰ ਰਹਿਣ ਵਾਲਾ, ਉਸ ਨੂੰ ਤਾਂ ਉਹ ਜੀਵਨ ਪ੍ਰਵਾਨ ਹੁੰਦਾ ਜਿਸ ਜੀਵਨ ਦੇ ਵਿੱਚ ਨਾਮ ਤੇ ਸੇਵਾ ਤੇ ਬੰਦਗੀ ਹੈ। ਉਸ ਦੀਆਂ ਨਜ਼ਰਾਂ ਦੇ ਵਿੱਚ ਉਹੀ ਜੀਵਨ ਪ੍ਰਵਾਨ ਹੁੰਦਾ ਹੈ ਤੇ ਉਹ ਕਿਸੇ ਦੇ ਕੋਲੋਂ ਹੋਰ ਜਿਹੜੀ ਕੀਤੀਆਂ ਹੋਈਆਂ ਬੇਅਰਥ ਵਿਚਾਰਾਂ ਨੇ ਉਹਨਾਂ ਨੂੰ ਸਵੀਕਾਰ ਨਹੀਂ ਕਰਦਾ। ਬਾਬਾ ਹੋਰ ਸੋਣਾ ਖੁਸ਼ੀ ਖੁਆਰ। ਨਿਰੰਕਾਰ ਕਹਿੰਦੇ ਨੇ ਵੀ ਜਿਹੜਾ ਅਸੀਂ ਸੌਂ ਕੇ ਨੀਂਦ ਦੇ ਵਿੱਚ ਅਸੀਂ ਗਲਤ ਸੁਪਨੇ ਲੈ ਰਹੇ ਹਾਂ, ਕਹਿੰਦੇ ਜਿਹਦੇ ਵਿੱਚ ਜਾਂ ਜਿਸ ਨੀਂਦ ਦੇ ਵਿੱਚ ਸੁਪਨਾ ਆਵੇ ਪ੍ਰਮਾਤਮਾ ਦੇ ਨਾਲ ਨਾ ਜੁੜਿਆ ਜਾਵੇ, ਉਹ ਸੁਪਨਾ ਤੇ ਉਹ ਸੌਣਾ ਵੀ ਬੇਅਰਥ ਹੈ। ਜਿਤ ਸੁਤੈ ਤਨ ਪੀੜੀਐ, ਮਨ ਮਹਿ ਚਲੇ ਵਿਕਾਰ। ਜਿਹੜੇ ਸੌਣ ਦੇ ਨਾਲ ਸਾਡੇ ਮਨ ਦੇ ਵਿੱਚ ਵਿਕਾਰ ਚੱਲਦੇ ਹੋਣ ਜਾਂ ਸਾਡੇ ਮਨ ਦੇ ਵਿੱਚ ਹੋਰ ਜਿਹੜੇ ਕਿ ਬੇਅਰਥ ਕਾਰਜ ਨੇ ਉਹ ਵਾਰ-ਵਾਰ ਫੁੱਟਦੇ ਹੋਣ, ਉਹ ਸੋਣਾ ਵੀ ਬੇਕਾਰ ਹੈ। ਰਹਾਉ ਸ੍ਰੀ ਰਾਗ ਮਹਿਲਾ ਪਹਿਲਾ। ਕੰਗੂ ਕੀ ਕਾਇਆ ਰਤਨਾ ਕੀ ਲਲਤਾ, ਅਗਰ ਵਾਸ ਤਨ ਸਾਸ। ਨਿਰੰਕਾਰ ਸੱਚੇ ਪਾਤਸ਼ਾਹ ਨੂੰ ਸਵਾਲ ਕੀਤਾ ਕਿਸੇ ਨੇ ਕਿ ਕੋਈ ਐਸਾ ਜੀਵਨ ਵਾਲਾ ਹੋਵੇ ਜਿਹਨੂੰ ਬੋਲਣ ਦੀ ਵੀ ਬੜੀ ਲਿਆਕਤ ਹੋਵੇ ਔਰ ਉਸ ਦੀ ਇਸ ਤਰ੍ਹਾਂ ਅਨੁਭਵ ਹੋਵੇ ਜਦੋਂ ਵੀ ਬਚਨ ਕਰੇ ਕਿ ਉਹਦੇ ਅੰਦਰੋਂ ਚੰਦਨ ਦਾ ਜਿਹੜਾ ਸਾਹ ਵੀ ਲੈਂਦਾ ਉਹ ਵੀ ਚੰਦਨ ਦੀ ਸੁਗੰਧੀ ਆਵੇ। ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਚੀਜ਼ ਦਾ ਗਿਆਨ ਦਿੰਦੇ ਨੇ, ਕਹਿੰਦੇ ਨੇ ਕੰਗੂ ਜਿਸ ਮਨੁੱਖ ਦਾ ਸਰੀਰ ਕੇਸਰ ਵਾਂਗੂ ਖੁਸ਼ਬੂ ਦੇ ਰਿਹਾ ਹੋਵੇ, ਕੇਸਰ ਵਾਂਗੂ ਉਹਦੇ ਕੋਲੋਂ ਖੁਸ਼ਬੂ ਆਉਂਦੀ ਹੋਵੇ, ਉਹਦੀ ਜੀਭ
ਰਤਨਾਂ ਦੇ ਨਾਲ ਜੁੜੀ ਹੋਵੇ। ਰਤਨਾਂ ਦਾ ਜੁੜਨ ਦਾ ਮਤਲਬ ਉਹਦੇ ਜਿਹੜੇ ਅਲਫਾਜ਼ ਨੇ, ਜਿਹੜੇ ਬਚਨ ਨੇ, ਉਹ ਬੜੇ ਮਿੱਠੇ ਤੇ ਪਿਆਰੇ ਹੋਣ। ਤਾਂ ਸਰੀਰ ਦੇ ਵਿੱਚੋਂ ਜਿਹੜਾ ਵੀ ਸਾਹ ਆਵੇ ਤੇ ਜਿਹੜਾ ਸਾਹ ਅੰਦਰ ਜਾ ਕੇ ਬਾਹਰ ਨਿਕਲਦਾ, ਕਹਿੰਦੇ ਉਹਦੇ ਵਿੱਚੋਂ ਚੰਦਨ ਦੀ ਖੁਸ਼ਬੂ ਆਉਂਦੀ ਹੋਵੇ। 68 ਤੀਰਥ ਕਾ ਮੁਖ ਟਿੱਕਾ, ਤਿਤ ਘਟ ਮਤ ਵਿਗਾਸ। ਉਹ ਇੰਨਾ ਸਿਆਣਾ ਹੋਵੇ, ਇੰਨਾ ਵਿਦਵਾਨ ਹੋਵੇ, ਕਹਿੰਦੇ ਵੀ 68 ਤੀਰਥਾਂ ਤੋਂ ਲਿਆ ਕੇ ਮਿੱਟੀ ਉਹਦਾ ਟਿੱਕਾ, ਜਾਂ 68 ਤੀਰਥਾਂ ਤੋਂ ਕੇਸਰ ਤੇ ਚੰਦਨ ਲਿਆ ਕੇ ਹੋਰ ਵਸਤੂਆਂ ਲਿਆ ਕੇ ਉਹਦੇ ਮੱਥੇ ਦੇ ਉੱਤੇ ਟਿੱਕਾ ਲਗਾਇਆ ਹੋਵੇ, ਤੇ ਫਿਰ ਉਹ ਇੱਥੇ ਤੱਕ ਵੀ ਹੋ ਚੁੱਕੇ, ਇੰਨਾ ਪਵਿੱਤਰ ਹੋ ਜਾਵੇ ਕਿ ਉਹ ਘਰ ਬੈਠਾ ਹੀ 68 ਤੀਰਥਾਂ ਦੇ ਦਰਸ਼ਨ ਵੀ ਕਰ ਸਕੇ। ਜੇ ਉਹਨਾਂ ਦੇ 68 ਤੀਰਥਾਂ ਦਾ ਟਿੱਕਾ ਲਗਾਇਆ ਤੇ 68 ਤੀਰਥਾਂ ਦੇ ਦਰਸ਼ਨ ਵੀ ਘਰ ਬੈਠਾ ਹੀ ਕਰ ਲਵੇ, ਤੇ ਉਸ ਮਨੁੱਖ ਦੀ ਜਿਹੜੀ ਮੱਤ ਹੈ ਸਦਾ ਹੀ ਆਨੰਦ ਦੇ ਵਿੱਚ ਖਿੜੀ ਰਹੇ। ਓਤ ਮਤੀ ਸਾਲਾਹਣਾ, ਸੱਚ ਨਾਮ ਗੁਣ ਤਾਸ। ਪਰ ਜਿਹੜੀ ਮੱਤ ਅਕਾਲ ਪੁਰਖ ਨੇ ਇੰਨੀ ਉੱਚੀ ਤੇ ਸੁੱਚੀ ਉਸ ਨੂੰ ਦਿੱਤੀ, ਉਦੋਂ ਮੱਤ ਦੇ ਨਾਲ ਜੇ ਅਕਾਲ ਪੁਰਖ ਸੱਚੇ ਪਾਤਸ਼ਾਹ ਦਾ ਨਾਮ ਨਾ ਸਲਾਹਿਆ ਗਿਆ, ਜਾਂ ਜਾਣੀ ਕਿ ਇਹ ਕਹਿ ਸਕਦੇ ਉਸ ਮਤੀ ਇੰਨੀ ਉੱਚੀ ਮੱਤ ਦੇ ਨਾਲ ਉਸ ਪ੍ਰਮਾਤਮਾ ਦੇ ਨਾਮ ਦੀ ਸਿਫਤ ਕਰਦਾ ਹੋਵੇ, ਗੁਣਾਂ ਦਾ ਖਜ਼ਾਨਾ ਪ੍ਰਭੂ ਦਾ, ਜਿਹੜਾ ਗੁਣਾਂ ਦਾ ਖਜ਼ਾਨਾ ਪ੍ਰਭੂ ਨੇ ਉਸ ਜੀਵ ਨੂੰ ਦਿੱਤਾ ਹੋਵੇ। ਬਾਬਾ ਹੋਰ ਮਤ ਹੋਰ। ਪਰ ਭਾਈ ਜਨੋ, ਜੇ ਕਿਤੇ ਉਹ ਇੰਨਾ ਕੁਝ ਹੁੰਦੇ ਹੋਏ ਵੀ ਉਹਦੇ ਅੰਦਰੋਂ ਅਜੇ ਵੀ ਵਿਕਾਰ ਦੂਰ ਨਾ ਹੋਏ, ਉਹਦੀ ਮਤ ਜਿਹੜੀ ਹੈ ਉਹ ਇਹਨਾਂ ਜਿਹੜੇ 5 ਤੱਤ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਾਂ ਹੋਰ ਅਨੇਕਾਂ ਤਰ੍ਹਾਂ ਦੇ, ਜਿੱਦਾਂ 4 ਨਦੀਆਂ ਆ ਗਈਆਂ ਨੇ, ਹੰਸ ਹੇਤ ਲੋਭ ਕੋਭ, 4 ਨਦੀਆਂ ਅੱਗ, ਜਾਂ ਪਹਿਲਾਂ ਜੋ ਆਪਾਂ ਵਿਕਾਰਾਂ ਦਾ ਖੇਡ ਦੱਸ ਕੀਤਾ ਹੈ, ਜਿਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਪਾਂਧੇ ਨੂੰ ਉਪਦੇਸ਼ ਦਿੰਦੇ ਨੇ, ਕਹਿੰਦੇ ਵੀ ਜੇ ਮਤ ਜਿਹੜੀ ਉਹਦੀ ਹੈ ਉਹਨਾਂ ਦੇ ਵਿੱਚ ਅਜੇ ਵੀ ਗੁਲਤਾਨ ਹੋਈ ਹੈ। ਜੇ 100 ਵੇਰ ਕਮਾਈਐ, ਕੂੜਾ ਜੋਰ। ਕਹਿੰਦੇ ਜੀ ਉਹ ਮਤ ਦੇ ਉੱਤੋਂ ਪਰਦੇ ਲਿੱਥੇ ਨਹੀਂ ਅਜੇ ਤੱਕ, ਭਾਵੇਂ 100 ਵਾਰੀ ਉਹ ਅਨੇਕਾਂ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਕਮਾਈਆਂ ਕਰੀ ਜਾਵੇ, ਸਾਰੀਆਂ ਨਿਰੰਕਾਰ ਦੇ ਦਰ ਦੇ ਉੱਤੇ ਕੂੜ ਦੇ ਬਰੋਬਰ ਹੀ ਹਨ। ਰਹਾਉ ਪੂਜ ਲੱਗੈ ਪੀਰ ਆਖੀਐ, ਸਭ ਮਿਲੈ ਸੰਸਾਰ। ਇੰਨੀ ਉਸ ਜੀਵ ਦੀ ਪੂਜਾ ਹੋ ਰਹੀ ਹੋਵੇ ਸੰਸਾਰ ਦੇ ਉੱਤੇ, ਸਾਰੇ ਉਹਨੂੰ ਪੀਰ ਆਖ ਕੇ ਸਲਾਮ ਕਰਦੇ ਹੋਣ, ਸਾਰੇ ਸੰਸਾਰ ਦੇ ਵਿੱਚ ਉਸ ਨੂੰ ਵਡਿਆਈ ਮਿਲਦੀ ਹੋਵੇ। ਨਾਉ ਸਦਾਏ ਆਪਣਾ, ਹੋਵੇ ਸਿੱਧ ਸੁਮਾਰ। ਹਰ ਜਗ੍ਹਾ ਦੇ ਉੱਤੇ ਉਸ ਦਾ ਨਾਮ ਚੱਲਦਾ ਹੋਵੇ, ਉਸ ਨਾਮ ਦੀ ਚਰਚਾ ਹੋ ਰਹੀ ਹੋਵੇ, ਉਹ ਏਡਾ ਰਿਧੀਆਂ ਸਿੱਧੀਆਂ ਦੇ ਵਿੱਚ ਮਾਰ ਹੋਵੇ ਕਿ ਕਦੀ ਉਹ ਖੰਭ ਲਾ ਕੇ ਉੱਡ ਜਾਵੇ, ਕਦੀ ਇੱਕ ਸੇਰ ਆਟੇ ਦੇ ਨਾਲ ਹਜ਼ਾਰਾਂ ਨੂੰ ਭੋਜਨ ਛਕਾ ਦੇਵੇ। ਇਹਨਾਂ ਸਿੱਧੀਆਂ ਦੇ ਵਿੱਚ ਤੇ ਕਰਾਮਾਤਾਂ ਦੇ ਵਿੱਚ ਵੀ ਉਹ ਨਿਪੁੰਨ ਹੋਵੇ। ਜਾਂ ਪਤ ਲੇਖੈ ਨਾ ਪਵੈ, ਸਭਾ ਪੂਜ ਖੁਆਰ। ਜੇ ਨਿਰੰਕਾਰ ਸੱਚੇ ਪਾਤਸ਼ਾਹ ਦੀ ਉਹ ਬੰਦਗੀ ਕਰ ਕਰਕੇ ਇਹਨਾਂ ਵਸਤੂਆਂ ਦੇ ਤੋਂ, ਇਹ ਤੱਤਾਂ ਤੋਂ ਅਜੇ ਦੂਰ ਨਹੀਂ ਹੋਇਆ, ਇਹ ਮਾਇਆ ਦੇ ਪਰਦੇ ਉਹਦੇ ਅਜੇ ਉਹਦੀ ਮੱਤ ਦੇ ਉੱਤੇ ਪਏ ਹੋਏ ਨੇ, ਭਾਵੇਂ ਜਿੰਨਾ ਮਰਜ਼ੀ ਉਹ ਇਸ ਤਰ੍ਹਾਂ ਦੇ ਜਲ ਛਲ ਕਰ ਲਵੇ, ਜੇ ਉਹਦੀ ਪੱਤ ਜਾਂ ਉਹਦਾ ਕੀਤਾ ਹੋਇਆ ਨਿਰੰਕਾਰ ਦੇ ਦਰ ਤੇ ਪ੍ਰਵਾਨ ਨਾ ਹੋਇਆ, ਸਮਝ ਲਓ ਇਹ ਸਾਰੀਆਂ ਜਿਹੜਾ ਪੂਜਾ ਕੀਤੀਆਂ ਹੋਈਆਂ ਨੇ, ਜਾਂ ਇਹ ਸਾਰੇ ਜਿਹੜੇ ਧਰਮ ਦੇ ਇਹ ਬਲ ਛਲ ਕੀਤੇ ਨੇ, ਜੇ ਧਰਮ ਦੀਆਂ ਜਿਹੜੀਆਂ ਸਮਾਧੀਆਂ ਲਾਈਆਂ ਜਾਂ ਹੋਰ ਕੁਛ ਕੀਤਾ, ਸਾਰੀਆਂ ਹੀ ਬੇਅਰਥ ਹਨ। ਜਿਨ ਕੋ ਸਤਿਗੁਰ ਥਾਪਿਆ, ਤਿਨ ਮੇਟ ਨ ਸਕੈ ਕੋਏ। ਨਿਰੰਕਾਰ ਸੱਚੇ ਪਾਤਸ਼ਾਹ ਨਾਲ ਹੀ ਸਾਰਿਆਂ ਨੂੰ ਇਹ ਗਿਆਨ ਦਿੰਦੇ ਨੇ, ਜਿਸ ਨੂੰ ਸਤਿਗੁਰ ਜਿਨ ਕੋ ਸਤਿਗੁਰ ਥਾਪਿਆ, ਜਿਨ੍ਹਾਂ ਨੂੰ ਅਕਾਲ ਪੁਰਖ ਨੇ ਕਿਰਪਾ ਕਰਕੇ ਵਡਭਾਗੀ ਬਣਾ ਦਿੱਤਾ, ਗੁਰਮੁਖ ਬਣਾ ਦਿੱਤਾ, ਫਿਰ ਕਹਿੰਦੇ ਉਹਨਾਂ ਦੀ ਜਿਹੜੀ ਵਡਿਆਈ ਹੈ ਜਾਂ ਉਹਨਾਂ ਨੂੰ ਜਿਹੜੀ ਇੱਜ਼ਤ ਮਾਣ ਇਹ ਸੰਸਾਰ ਦੇ ਉੱਤੇ ਪ੍ਰਾਪਤ ਹੁੰਦਾ ਹੈ, ਉਹ ਫਿਰ ਕੋਈ ਖੋ ਨਹੀਂ ਸਕਦਾ, ਮੇਟ ਨਹੀਂ ਸਕਦਾ। ਉਹਨਾਂ ਅੰਦਰ ਨਾਮ ਨਿਧਾਨ ਹੈ,
ਨਾਮੋ ਪ੍ਰਗਟ ਹੋਏ। ਕਿਉਂਕਿ ਉਹਨਾਂ ਦੇ ਅੰਦਰ ਨਾਮ ਪ੍ਰਗਟ ਹੋ ਗਿਆ ਹੈ। ਉਹਨਾਂ ਨੇ ਨਾਮ ਦਾ ਆਸਰਾ ਬਣਾ ਲਿਆ। ਨਾਮ ਦਾ ਖਜ਼ਾਨਾ ਉਹਨਾਂ ਦੇ ਅੰਦਰ ਵਸਦਾ ਹੈ। ਉਹ ਖਜ਼ਾਨਾ ਜਿਹੜਾ ਖਜ਼ਾਨਾ ਕੋਈ ਚੋਰ ਚੱਕਾ ਵੀ ਜਾਂ ਕੋਈ ਖੋਹ ਕੇ ਨਹੀਂ ਲੈ ਜਾ ਸਕਦਾ, ਤੇ ਉਹਨਾਂ ਦੇ ਅੰਦਰ ਨਾਮ ਪ੍ਰਗਟ ਹੋ ਚੁੱਕਿਆ ਹੈ। ਨਾਉ ਪੂਜੀਐ ਨਾਉ ਮੰਨੀਐ, ਅਖੰਡ ਸਦਾ ਸਚ ਸੋਏ। ਨਿਰੰਕਾਰ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਇਸ ਤਰ੍ਹਾਂ ਦੇ ਜੀਵ ਨੇ, ਗੁਰਮੁਖ ਨੇ, ਜਿਨ੍ਹਾਂ ਦੇ ਉੱਤੇ ਸਤਿਗੁਰ ਦੀ ਕਿਰਪਾ ਹੋ ਗਈ, ਉਹ ਕਹਿੰਦੇ ਨਾਮ ਨੂੰ ਹੀ ਪੂਜਦੇ ਨੇ। ਹੁਣ ਹੋਰ ਤਰ੍ਹਾਂ ਦੀਆਂ ਪੂਜਾ ਜਾਂ ਹਵਨ ਕਰਨੇ ਜਾਂ ਹੋਰ ਜਿਹੜੇ ਅਨੇਕਾਂ ਤਰ੍ਹਾਂ ਦੇ ਨੇ ਕਰਦੇ ਆ, ਅਸੀਂ ਪੂਜਾ ਕਰਦੇ ਹਾਂ, ਕਹਿੰਦੇ ਉਹ ਫਿਰ ਉਹ ਪੂਜਾ ਨਹੀਂ ਕਰਦੇ। ਉਹ ਸਿਰਫ ਬੈਠ ਕੇ ਨਾਮ ਦੀ ਆਰਾਧਨਾ ਕਰਦੇ, ਨਾਮ ਨੂੰ ਪੂਜਦੇ ਨੇ, ਨਾਮ ਨੂੰ ਹੀ ਮੰਨਦੇ ਨੇ। ਸਦਾ ਅਖੰਡ ਸਦਾ ਸੱਚ ਹੋਏ, ਤੇ ਉਹਨਾਂ ਦੇ ਅੰਦਰ ਉਹ ਜਿਹੜਾ ਸੱਚ ਦਾ ਪ੍ਰਗਟਾਵਾ ਹੈ, ਨਾਮ ਦਾ ਪ੍ਰਗਟਾਵਾ ਹੈ, ਜਾਂ ਉਹਨਾਂ ਦੇ ਅੰਦਰ ਜਿਹੜਾ ਸੰਤੋਖਿਆ ਵਾਲਾ ਜੀਵਨ ਹੈ, ਉਹ ਅਖੰਡ ਹੁੰਦਾ ਹੈ, ਜਿਹੜਾ ਕਿ ਕਦੀ ਟੁੱਟਦਾ ਭੱਜਦਾ ਨਹੀਂ। ਖੇਹੂ ਖੇਰ ਲਾਈਐ ਤਾਂ ਜੀਓਏ ਕਿਹਾ ਹੋਏ। ਨਿਰੰਕਾਰ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਮਨੁੱਖਾਂ ਨੇ, ਜਿਨ੍ਹਾਂ ਜੀਵਾਂ ਨੇ ਇੱਥੇ ਆਣ ਕੇ ਸੰਸਾਰ ਦੇ ਉੱਤੇ ਨਾਮ ਨਹੀਂ ਜਪਿਆ ਜਾਂ ਪ੍ਰਮਾਤਮਾ ਦੀ ਬੰਦਗੀ ਨਹੀਂ ਕੀਤੀ, ਉਹਦੀ ਸਿਫਤ ਸਲਾਹ ਦੇ ਵਿੱਚ ਨਹੀਂ ਜੁੜੇ, ਉਹ ਕਹਿੰਦੇ ਐਸੇ ਹੋ ਜਾਂਦੇ ਨੇ ਅੰਤ ਦੇ ਉੱਤੇ ਉਹ ਮਿੱਟੀ ਦਾ ਸਰੀਰ ਬਣਿਆ, ਮਿੱਟੀ ਦੇ ਵਿੱਚ ਹੀ ਰੁਲ ਜਾਂਦਾ, ਤੇ ਜਿਹੜੇ ਉਹ ਸਵਾਸ ਲਿਖਾ ਕੇ ਆਏ ਨੇ, ਉਹ ਜਾਂ ਜੀਵਨ ਕਾਲ ਦੇ ਵਿੱਚ ਸਮਾਂ ਜਿਹੜਾ ਉਹਨਾਂ ਦਾ ਹੈ, ਉਹ ਸਾਰਾ ਹੀ ਵਿਅਰਥ ਜਾਂਦਾ ਹੈ। ਜਲੀਆਂ ਸਭ ਸਿਆਣਪਾਂ ਉੱਠੀ ਚੱਲਿਆ ਰੋਏ। ਕਹਿੰਦੇ ਵੀ ਕੀ ਹੁੰਦਾ ਹੈ, ਜਿਹੜੀਆਂ ਦੁਨੀਆ ਦੇ ਵਿੱਚ ਉਹਨੇ ਚਤੁਰਾਈਆਂ ਕੀਤੀਆਂ ਸਨ, ਜੋ ਚਤੁਰ ਬਣਿਆ ਹੋਇਆ ਸੀ, ਜਿਹਦੇ ਨਾਲ ਉਹਦੀ ਸਿਫਤ ਸਲਾਹ ਹੁੰਦੀ ਸੀ, ਉਹ ਸਾਰੀਆਂ ਜਿਹੜੀਆਂ ਸਿਆਣਪਾਂ ਸੀ ਇੱਥੇ ਹੀ ਉਹਦੇ ਨਾਲ, ਇਹ ਮਿੱਟੀ ਦੇ ਸਰੀਰ ਦੇ ਨਾਲ ਹੀ ਸਾਰੀਆਂ ਜਲ ਗਈਆਂ। ਤੇ ਫਿਰ ਕੀ ਹੁੰਦਾ, ਜਦੋਂ ਆਤਮਾ ਇੱਥੋਂ ਦੁਖੀ ਹੋ ਕੇ ਜਾਂਦੀ ਆ, ਉਹ ਫਿਰ ਜਿਸਲੇ ਧਰਮਰਾਜ ਦੇ ਦਰਬਾਰ ਦੇ ਵਿੱਚ ਜਾਂਦੀ, ਉੱਥੇ ਬਹੁਤ ਉਸ ਨੂੰ ਦੁੱਖ ਪ੍ਰਾਪਤ ਹੁੰਦਾ, ਜਮਾਂ ਦੇ ਬਸ ਪਾ ਦਿੱਤਾ ਜਾਂਦਾ ਹੈ। ਉੱਥੇ ਫਿਰ ਉਹ ਬਹੁਤ ਪਛਤਾਉਂਦਾ ਹੈ। ਤੇ ਇਹਦਾ ਮਤਲਬ ਇੱਥੇ ਕੀਤੇ ਹੋਏ ਮਾੜੇ ਕਰਮ ਇੰਨੇ ਨੇ ਕਿ ਸਾਨੂੰ ਇੱਥੋਂ ਰੋਂਦਿਆਂ ਨੂੰ ਹੀ ਸੰਸਾਰ ਤੋਂ ਜਾਣਾ ਪੈਂਦਾ ਹੈ। ਨਾਨਕ ਨਾਮ ਵਿਸਾਰੀਐ ਦਰ ਗਿਆ ਕਿਆ ਹੋਏ। ਨਿਰੰਕਾਰ ਸੱਚੇ ਪਾਤਸ਼ਾਹ ਜੀ ਇਹ ਉਪਦੇਸ਼ ਦਿੰਦੇ ਨੇ ਵੀ ਜਿਨ੍ਹਾਂ ਨੇ ਸਤਿਗੁਰ ਅਕਾਲ ਪੁਰਖ ਨਿਰੰਕਾਰ ਨੂੰ ਸ਼ੁਕਰਾਨਾ ਕਰਨ ਦਾ ਨਾਮ ਜਾਂ ਉਸ ਦੀ ਬੰਦਗੀ ਕਰਨ ਤੋਂ ਵਾਂਝੇ ਰਹਿ ਗਏ, ਉਹਨਾਂ ਦਾ ਫਿਰ ਕੀ ਉੱਥੇ ਹਾਲ ਹੁੰਦਾ ਹੈ ਮਨਮੁਖਾਂ ਦਾ, ਇਹ ਫਿਰ ਉਹਨਾਂ ਨੂੰ ਹੀ ਉੱਥੇ ਪਤਾ ਲੱਗਦਾ ਹੈ। ਸ੍ਰੀ ਰਾਗ ਮਹਲਾ ਪਹਿਲਾ, ਗੁਣਵੰਤੀ ਗੁਣ ਵਿਥਰੈ ਔ ਗੁਣਵੰਤੀ ਚੂਰ। ਨਿਰੰਕਾਰ ਸੱਚੇ ਪਾਤਸ਼ਾਹ ਜੀ ਇਹ ਆਤਮਾ ਨੂੰ ਮੁੱਖ ਰੱਖ ਕੇ, ਆਤਮਾ ਨੂੰ ਇੱਕ ਔਰਤ ਰੂਪ ਦੇ ਵਿੱਚ, ਜਿੱਦਾਂ ਆਪਾਂ ਸਭ ਤੋਂ ਪਹਿਲਾਂ ਹੀ ਆਪ ਜੀ ਦੇ ਚਰਨਾਂ ਦੇ ਵਿੱਚ ਬਚਨ ਕੀਤਾ ਸੀ ਵੀ ਸਤਿਗੁਰਾਂ ਨੇ ਨਿਰਗੁਣ ਸਰੂਪ ਆਤਮਾ ਨੂੰ ਔਰਤ ਦੇ ਰੂਪ ਦੇ ਵਿੱਚ ਹੀ ਸਾਰਾ ਗਿਆਨ ਦਿੱਤਾ ਹੈ। ਇੱਥੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ, ਉਹ ਸੰਸਾਰ ਦੇ ਉੱਤੇ ਔਰਤਾਂ ਭਾਗਸ਼ਾਲੀ ਹਨ ਜੋ ਸਤ ਸੰਤੋਖ ਦੇ ਵਿੱਚ ਭਰਪੂਰ ਨੇ, ਜਿਹੜੀਆਂ ਕਿ ਆਪਣੇ ਪਤੀ ਦੀ ਰਜ਼ਾ ਤੇ ਹੁਕਮ ਦੇ ਵਿੱਚ ਚੱਲ ਰਹੀਆਂ ਨੇ। ਉਹ ਗੁਣਵੰਤੀਆਂ ਜਿਹੜੀਆਂ ਨੇ ਉਹ ਨਿਰੰਕਾਰ ਦੇ ਦਰ ਤੇ ਪ੍ਰਵਾਨ ਹੁੰਦੀਆਂ ਨੇ, ਤੇ ਜਿਹੜੀਆਂ ਔਗੁਣਵੰਤੀਆਂ ਨੇ, ਜਿਨ੍ਹਾਂ ਨੇ ਇਹ ਅਕਾਲ ਪੁਰਖ ਸੱਚੇ ਪਾਤਸ਼ਾਹ ਦਾ ਪੱਲਾ ਛੱਡ ਦਿੱਤਾ, ਉਹ ਹਮੇਸ਼ਾ ਹੀ ਝੂਰਦੀਆਂ ਹੀ ਇਦੂ ਸੰਸਾਰ ਦੇ ਉੱਤੇ ਰਹਿੰਦੀਆਂ ਨੇ। ਜੇ ਲੋੜੈ ਵਰ ਕਾਮਣੀ ਨਹਿ ਮਿਲਿਐ ਪਿਰ ਕੂਰ। ਹੇ ਜਗਿਆਸੂ ਔਰਤ ਜਾਂ ਇਸਤਰੀ ਜਾਂ ਬੱਚੀ, ਜੇ ਤੂੰ ਉਹ ਪਰਮਾਤਮਾ ਨੂੰ ਮਿਲਣਾ ਚਾਹੁੰਦੀ ਹੈ, ਜਾਂ ਜਿਸ ਵੇਲੇ ਤੂੰ ਆਪਣੇ ਪੇਕੇ ਘਰ ਤੋਂ ਸਹੁਰੇ ਘਰ ਜਾ ਕੇ ਉੱਥੇ ਦਾ ਪਿਆਰ ਪਾਉਣਾ ਚਾਹੁੰਦੀ ਹਾਂ, ਪ੍ਰੇਮ ਪਾਉਣਾ ਚਾਹੁੰਦੀ, ਸਤਿਕਾਰ ਲੈਣਾ ਚਾਹੁੰਦੀ ਹਾਂ, ਤੇ ਫਿਰ ਜਿਹੜਾ ਇਦੂ ਸੰਸਾਰ ਦੇ ਉੱਤੇ ਝੂਠੇ ਪਦਾਰਥ ਨੇ, ਜਿਨ੍ਹਾਂ ਦੇ ਮੋਹ ਦੇ ਵਿੱਚ ਤੂੰ ਫਸੀ ਹੋਈ ਹੈ, ਇਹਨਾਂ ਨੂੰ ਛੱਡ ਦੇ। ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰ ਦੂਰ। ਇਹ ਜਿਹੜਾ ਮੋਹ ਦਾ ਸਮੁੰਦਰ ਹੈ, ਜਿਹਦੇ ਵਿੱਚ ਤੂੰ ਗੋਤੇ ਖਾ ਰਹੀ ਹੈ, ਉਹਦੇ ਵਿੱਚ ਤੇਰੇ ਪਾਸ ਨਾ ਤਾਂ ਕੋਈ ਬੇੜੀ ਹੈ,
ਜਿਹਦੇ ਨਾਲ ਤੂੰ ਇਹਨੂੰ ਪਾਰ ਲੰਘ ਸਕੇ, ਤੇ ਨਾ ਹੀ ਤੇਰੇ ਕੋਲ ਚੱਪੂ ਹੈ ਜਿਹੜੇ ਚੱਪੂ ਦੇ ਨਾਲ ਤੂੰ ਆਪਣੇ ਆਪ ਨੂੰ ਇੱਕ ਕੰਢੇ ਤੋਂ ਦੂਜੇ ਕੰਢੇ ਤੇ ਲੈ ਕੇ ਜਾ ਸਕੇ। ਮੇਰੇ ਠਾਕੁਰ ਪੂਰੇ ਤਖਤ ਅਡੋਲ। ਨਿਰੰਕਾਰ ਅਕਾਲ ਪੁਰਖ ਸਾਰਿਆਂ ਦਾ ਜਿਹੜਾ ਖਸਮ ਹੈ, ਉਹਦਾ ਤਾਂ ਜਿਹੜਾ ਟਿਕਾਣਾ ਹੈ ਉਹ ਅਡੋਲ ਹੈ, ਉਹ ਸਦਾ ਹੀ ਪੂਰਾ ਹੈ, ਸਦਾ ਹੀ ਸੰਪੂਰਨ ਹੈ, ਉਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਹੈ। ਗੁਰਮੁਖ ਪੂਰਾ ਜੇ ਕਰੇ, ਪਾਈਐ ਸਾਚ ਅਤੋਲ। ਨਿਰੰਕਾਰ ਸੱਚੇ ਪਾਤਸ਼ਾਹ ਜੀ ਜਿਹਨੂੰ ਗੁਰਮੁਖ ਬਣਾ ਦਿੰਦੇ ਨੇ, ਗੁਰਮੁਖਾਂ ਵਾਲਾ ਜਿਹੜਾ ਜੀਵਨ ਬਤੀਤ ਕਰਨ ਲੱਗ ਪੈਂਦੇ ਨੇ, ਨਿਰੰਕਾਰ ਸੱਚੇ ਪਾਤਸ਼ਾਹ ਕਹਿੰਦੇ ਉਹ ਸਦਾ ਸੱਚ ਦੇ ਵਿੱਚ ਜੁੜਿਆ ਰਹਿੰਦਾ। ਫਿਰ ਉਹ ਜਿਹੜਾ ਅਤੋਲ ਪ੍ਰਭੂ ਹੈ, ਨਿਰੰਕਾਰ ਦੀ ਸਿਫਤ ਦੇ ਵਿੱਚ ਹੀ ਆਪਣਾ ਜੀਵਨ ਬਤੀਤ ਕਰਦਾ। ਅਤੋਲ ਦਾ ਮਤਲਬ ਜਿਹਨੂੰ ਮਾਪਿਆ ਨਹੀਂ ਜਾ ਸਕਦਾ। ਰਹਾਉ ਪ੍ਰਭ ਹਰ ਮੰਦਰ ਸੋਹਣਾ, ਤਿਸ ਮਹਿਮਾਨ ਕਲਾਲ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਉਹ ਘਰ ਹੈ, ਉਸਦਾ ਜਿਹੜਾ ਸੱਚਖੰਡ ਹੈ, ਉਹ ਪ੍ਰਭੂ ਦਾ ਮੰਦਰ ਬਹੁਤ ਸੋਹਣਾ ਹੈ, ਪਰ ਉਹਦੇ ਵਿੱਚ ਹੀਰੇ ਮੋਤੀ ਉਹ ਲੱਗੇ ਨੇ ਜਿਨ੍ਹਾਂ ਦੀ ਕੀਮਤ ਹੀ ਕੋਈ ਨਹੀਂ ਪਾ ਸਕਦੇ, ਤੇ ਉਹ ਇੰਨਾ ਸੋਹਣਾ ਇੰਨਾ ਆਨੰਦ ਵਾਲਾ ਹੈ। ਮੋਤੀ ਹੀਰਾ ਨਿਰਮਲਾ, ਕੰਚਨ ਕੋਟ ਰਿਸਾਲ। ਕਹਿੰਦੇ ਉੱਥੇ ਤਾਂ ਉੱਥੇ ਜਿਹੜੇ ਜੀਵ ਵਸ ਰਹੇ ਨੇ, ਜਾਂ ਉਹਦਾ ਜਿਹੜਾ ਰੂਪ ਰੇਖਾ ਹੈ ਉਸ ਤਾਂ ਇਸ ਤਰ੍ਹਾਂ ਹੈ ਵੀ ਜਿਹੜਾ ਜੀਵ ਉਹਦੇ ਵਿੱਚ ਇੱਕ ਵਾਰੀ ਚਲੇ ਜਾਂਦਾ, ਜਿੱਥੇ ਹੀਰੇ ਮੋਤੀ ਵਰਗੇ ਨਿਰਮਲ ਵਿਚਾਰ ਨੇ, ਉੱਥੇ ਨਿਰਮਲ ਸੋਭਾ ਹੈ, ਤਾਂ ਕਹਿੰਦੇ ਇਸ ਤਰ੍ਹਾਂ ਹੋ ਜਾਂਦਾ ਉਹ ਆਨੰਦ ਦੇ ਕਿਲੇ ਦੇ ਵਿੱਚ ਚਲੇ ਗਿਆ ਹੈ। ਬਿਨ ਪੌੜੀ ਗੜ ਕਿਉਂ ਚੜੋ, ਗੁਰ ਹਰ ਧਿਆਨ ਨਿਹਾਲ। ਨਿਰੰਕਾਰ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਭਾਈ ਉਹ ਪੌੜੀ ਤੋਂ ਬਗੈਰ ਉਸ ਅਸਥਾਨ, ਉਸ ਕਿਲੇ, ਉਸ ਸੱਚਖੰਡ ਤੱਕ ਨਹੀਂ ਪਹੁੰਚਿਆ ਜਾ ਸਕਦਾ। ਹੁਣ ਪੌੜੀ ਜਿਹੜੀ ਹੈ ਇਹ ਫਰਸ਼ ਤੋਂ ਅਰਸ਼ ਤੱਕ ਸਾਨੂੰ ਪਹੁੰਚਾਉਂਦੀ ਹੈ। ਹੁਣ ਆਪਾਂ ਜਦੋਂ ਇਹ ਫਰਸ਼ ਤੋਂ ਕੋਠੇ ਤੇ ਵੀ ਚੜ੍ਹਨਾ ਹੁੰਦਾ, ਪੌੜੀ ਦੀ ਜ਼ਰੂਰਤ ਪੈਂਦੀ। ਉਹਦੇ ਪਤਾ ਨਹੀਂ ਕਿੰਨੇ ਕੁ ਡੰਡੇ ਆਪਾਂ ਲਾ ਲੈਨੇ, ਕਿਤੇ ਗਿਣਤੀ ਮਿਣਤੀ ਦੇ ਵਿੱਚ ਵੀ ਨਹੀਂ ਹੈ, ਪਰ ਉਹ ਇੱਕ ਡੰਡਾ ਛੱਡ ਕੇ ਦੂਜੇ ਡੰਡੇ ਨੂੰ ਹੱਥ ਪਾਉਣਾ ਪੈਂਦਾ। ਇੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜੇ ਤੂੰ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਦਰ ਦੇ ਉੱਤੇ ਚੜ੍ਹਨਾ ਚਾਹੁੰਦਾ, ਪੌੜੀ ਤੋਂ ਬਗੈਰ ਚੜ੍ਹਿਆ ਨਹੀਂ ਜਾਣਾ, ਤੇ ਪੌੜੀ ਤੇਰੇ ਪੂਰਾ ਧਿਆਨ ਨਿਰੰਕਾਰ ਦੇ ਚਰਨਾਂ ਦੇ ਵਿੱਚ ਜਦੋਂ ਲੱਗਿਆ ਤੇ ਉਹ ਪੌੜੀ ਦਾ ਤੈਨੂੰ ਗਿਆਨ ਪ੍ਰਾਪਤ ਹੋਣਾ ਹੈ। ਗੁਰ ਪੌੜੀ ਬੇੜੀ ਗੁਰੂ, ਗੁਰ ਤੁਲਹਾ ਹਰ ਨਾਉ। ਉਹ ਨਿਰੰਕਾਰ ਸੱਚੇ ਪਾਤਸ਼ਾਹ ਦੀ ਸਿਫਤ ਸਲਾਹ ਜਿਹੜੀ ਹੈ, ਉਹੀ ਅਕਾਲ ਪੁਰਖ ਦਾ ਗੁਰੂ ਦਾ ਜਿਹੜਾ ਉਪਦੇਸ਼, ਉਹ ਸਰੋਵਰ ਹੈ। ਉੱਥੇ ਦੀ ਹੁਣ ਗੱਲ ਕਰਦੇ ਮਹਾਰਾਜ, ਤੇ ਗੁਰੂ ਹੀ ਸਮੁੰਦਰ ਹੈ, ਤੇ ਗੁਰੂ ਹੀ ਜਹਾਜ਼ ਹੈ, ਗੁਰੂ ਹੀ ਤੀਰਥ ਹੈ, ਤੇ ਗੁਰੂ ਹੀ ਦਰਿਆ ਹੈ। ਗੁਰੂ ਸਰ ਸਾਗਰ ਬੋਹਿ ਤੋ, ਗੁਰ ਤੀਰਥ ਦਰਿਆਓ। ਗੁਰੂ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਪਹਿਲਾਂ ਕਿਰਪਾ ਕਰ ਦਿੰਦੇ ਨੇ ਵੀ ਉਹ ਕਿਲੇ ਤੇ ਪਹੁੰਚਣ ਤੱਕ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਨਾਮ ਦੀ ਪੌੜੀ ਹੈ ਤੇ ਨਾਮ ਦੀ ਹੀ ਬੇੜੀ, ਤਾਂ ਹੀ ਕਹਿੰਦੇ ਆ ਕਿ ਵਾਹਿਗੁਰੂ ਨਾਮ ਜਹਾਜ਼ ਹੈ ਜਿਹੜੇ ਸੋਤਰੇ ਪਾਰ, ਤੇ ਗੁਰੂ ਦਾ ਸੇਵਾ ਜਿਹੜੀ ਆ ਉਸ ਚੱਪੂ ਬਣਦਾ ਹੈ। ਇੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਦੱਸਦੇ ਨੇ ਵੀ ਗੁਰੂ ਹੀ ਤਲਾਬ ਹੈ, ਗੁਰੂ ਹੀ ਸਮੁੰਦਰ ਹੈ, ਗੁਰੂ ਹੀ ਜਹਾਜ਼ ਹੈ, ਗੁਰੂ ਹੀ ਤੀਰਥ ਹੈ, ਤੇ ਗੁਰੂ ਹੀ ਦਰਿਆ ਹੈ। ਕਹਿਣ ਦਾ ਮਤਲਬ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੀ ਬੰਦਗੀ, ਉਸ ਨਿਰੰਕਾਰ ਸੱਚੇ ਪਾਤਸ਼ਾਹ ਦੀ ਸੇਵਾ, ਔਰ ਉਹ ਨਿਰੰਕਾਰ ਸੱਚੇ ਪਾਤਸ਼ਾਹ ਦਾ ਅਡੋਲਤਾ ਦੇ ਵਿੱਚ ਇੱਕ ਆਸਣ ਬੈਠ ਕੇ ਜਿਹੜਾ ਸਿਮਰਨ ਕਰਦੇ ਹੋ ਤੁਸੀਂ, ਇਹੀ ਚੀਜ਼ਾਂ ਜਿਹੜੀਆਂ ਨੇ ਇਹ ਭਵ ਸਾਗਰ ਤੋਂ ਸਾਨੂੰ ਪਾਰ ਲੈ ਕੇ ਜਾਂਦੀਆਂ ਨੇ। ਜੇ ਤਿਸ ਪਾਵੈ ਉਜਲੀ, ਸਤ ਸਰ ਨਾਵਣ ਜਾਓ। ਜੇਕਰ ਜਿਹੜੀ ਇਸਤਰੀ ਆ ਜਿਹੜੀ ਉਹ ਆਪਣੇ ਆਪ ਨੂੰ ਉਜਲਾ ਕਰਨਾ ਚਾਹੁੰਦੇ, ਜੋ ਪ੍ਰਭੂ ਦੀ ਰਜ਼ਾ ਦੇ ਵਿੱਚ ਰਹਿਣੀ ਸ਼ੁਰੂ ਹੋ ਜਾਂਦੀ ਹੈ, ਉਸ ਦੇ ਅੰਦਰ ਦੀ ਸਾਰੀ ਜਿਹੜੀ ਮੈਲ ਹੈ ਉਹ ਲੈਣੀ ਸ਼ੁਰੂ ਹੋ ਜਾਂਦੀ ਹੈ, ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਮ ਦੇ ਨਾਲ ਸਾਡੀ ਮੱਤ ਜਿਹੜੀ ਹੈ ਉਹ ਵੀ ਉਜਲ ਹੋ ਜਾਂਦੀ ਹੈ। ਭਾਈ ਅਸਲ ਵਿੱਚ ਜਿਹੜਾ ਸੱਚੇ ਤੀਰਥ ਦੇ ਉੱਤੇ ਇਸ਼ਨਾਨ ਕਰਨਾ ਇਹੀ ਹੀ ਹੈ
ਕਿ ਉਹ ਅਕਾਲ ਪੁਰਖ ਦਾ ਨਾਮ ਜਪ ਕੇ ਅਕਾਲ ਪੁਰਖ ਦੇ ਨਾਮ ਦੇ ਵਿੱਚ ਨਾਮ ਨੂੰ ਤੀਰਥ ਸਮਝ ਕੇ ਉਹਦੇ ਵਿੱਚ ਅਸੀਂ ਇਸ਼ਨਾਨ ਕਰੀਏ। ਪੂਰੋ ਪੂਰੋ ਆਖੀਐ ਪੂਰੈ ਤਖਤ ਨਿਵਾਸ। ਬੜੀ ਦੁਨੀਆ ਇੱਕ ਦੂਜੇ ਤੋਂ ਸੁਣ ਕੇ ਉਹਨੂੰ ਪੂਰਾ ਪੂਰਾ ਕਹਿ ਰਹੀ ਆ, ਪਰ ਕਹਿੰਦੇ ਉਹ ਪੂਰਾ ਪ੍ਰਮਾਤਮਾ ਉਸ ਵੇਲੇ ਪਤਾ ਲੱਗੂਗਾ ਜਿੱਦਣ ਅਸੀਂ ਉਹ ਪੂਰੇ ਦੇ ਚਰਨਾਂ ਦੇ ਵਿੱਚ ਆਪਣਾ ਸਥਾਨ ਬਣਾ ਕੇ ਉੱਥੇ ਪਹੁੰਚ ਗਏ। ਪੂਰੈ ਥਾਨ ਸੁਹਾਵਣੈ ਪੂਰੈ ਆਸ ਨਿਰਾਸ। ਉਹ ਨਿਰੰਕਾਰ ਸੱਚੇ ਪਾਤਸ਼ਾਹ ਜਿਹੜਾ ਪੂਰਾ ਹੈ, ਜਿਹਦਾ ਤਖਤ ਵੀ ਪੂਰਾ, ਜਿਸ ਦਾ ਘਰ ਵੀ ਪੂਰਾ ਤੇ ਜਿਹਦੀ ਕਿਰਪਾ ਵੀ ਪੂਰੀ, ਕਹਿੰਦੇ ਵੀ ਉੱਥੇ ਪੂਰੇ ਥਾਨ ਦੇ ਵਿੱਚ ਉਹੀ ਪਹੁੰਚ ਸਕਦਾ, ਉਹੀ ਉੱਥੇ ਪਹੁੰਚ ਸਕਦਾ ਜਿਹੜਾ ਸਤਿਗੁਰ ਦੇ ਹੁਕਮ ਵਿੱਚ ਆ ਗਿਆ। ਨਹੀਂ ਤਾਂ ਭਾਈ ਕੀ ਹੁੰਦਾ, ਇਦੋਂ ਸੰਸਾਰ ਦੇ ਉੱਤੇ ਗੱਲਾਂ ਬਾਤਾਂ ਦੇ ਨਾਲ ਤਾਂ ਸਾਰੇ ਪਹੁੰਚਣ ਦੀ ਕੋਸ਼ਿਸ਼ ਕਰਦੇ ਨੇ, ਪਰ ਉਹ ਜਿਹੜੀਆਂ ਗੱਲਾਂ ਬਾਤਾਂ ਜਾਂ ਕੀਤੇ ਹੋਏ ਉਹ ਵਿਚਾਰ ਜਿਹੜੇ ਸਤਿਗੁਰ ਤੋਂ ਸਾਨੂੰ ਦੂਰ ਲੈ ਕੇ ਜਾਂਦੇ ਨੇ, ਕਹਿੰਦੇ ਵੀ ਉਹ ਜੀਵ ਇਦੋਂ ਜਗ੍ਹਾ ਤੋਂ ਆਸਾ ਤੇ ਨਿਰਾਸ਼ਾ ਦੇ ਵਿੱਚ ਹੀ ਆਪਣਾ ਜੀਵਨ ਬਤੀਤ ਕਰਕੇ ਜਾਂਦਾ ਹੈ। ਨਾਨਕ ਪੂਰਾ ਜੇ ਮਿਲੈ ਕਿਉਂ ਘਾਟੈ ਗੁਣਤਾਸ। ਨਿਰੰਕਾਰ ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਸੰਸਾਰ ਦੇ ਜੀਵੋ, ਜੇ ਪੂਰਾ ਮਿਲ ਜਾਵੇ ਆਪ ਜੀ ਨੂੰ, ਤੁਸੀਂ ਜੇ ਆਪ ਇਦੋਂ ਪੌੜੀ ਦੇ ਉੱਤੇ ਚੜ੍ਹਨਾ ਸ਼ੁਰੂ ਕਰ ਦੇਵੋ ਨਿਰੰਕਾਰ ਦੇ ਉਸ ਮਹੱਲ ਵੱਲ ਨੂੰ, ਜੇ ਇਸ ਮਹੱਲ ਬਾਰੇ ਸਤਿਗੁਰੂ ਜੀ ਗਿਆਨ ਦੇ ਕੇ ਨੇ ਕਹਿੰਦੇ ਨੇ ਵੀ ਉਧਰ ਨੂੰ ਚੱਲ ਪਈਏ, ਚੱਲ ਤੇ ਜਿਹੜਾ ਜੀਵ ਉਧਰ ਨੂੰ ਤੁਰ ਪੈਂਦਾ ਸਤਿਗੁਰ ਦੀ ਬੰਦਗੀ ਦੇ ਰਾਹ ਦੇ ਉੱਤੇ ਸਹੀ ਮਾਰਗ ਤੇ ਤੁਰ ਪੈਂਦਾ, ਕਹਿੰਦੇ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਉਸ ਨੂੰ ਕਿਸੇ ਤਰ੍ਹਾਂ ਦਾ ਵੀ ਘਾਟਾ ਨਹੀਂ ਪੈਣ ਦਿੰਦੇ। ਸ੍ਰੀ ਰਾਗ ਮਹਿਲਾ ਪਹਿਲਾ ਆਵੋ ਪੈਣੇ ਗਲ ਮਿਲ ਹੈ ਅੰਕ ਸਹੇਲੜੀਆ। ਨਿਰੰਕਾਰ ਸੱਚੇ ਪਾਤਸ਼ਾਹ ਜੀ ਹੁਣ ਜਿਸ ਵੇਲੇ ਸਾਰਿਆਂ ਨੂੰ ਇੱਕ ਹੋਰ ਰੂਪ ਦੇ ਵਿੱਚ ਗਿਆਨ ਦਿੰਦੇ ਨੇ। ਦੇਖੋ ਇਹ ਸਤਿਗੁਰ ਸੱਚੇ ਪਾਤਸ਼ਾਹ ਨੇ ਜਿਹੜੀਆਂ 4 ਉਦਾਸੀਆਂ ਕੀਤੀਆਂ, ਇਹਨਾਂ ਦੇ ਵਿੱਚ ਸਤਿਗੁਰ ਬੇਅੰਤ ਜਗ੍ਹਾ ਦੇ ਉੱਤੇ ਗਏ, ਬੇਅੰਤ ਜਗ੍ਹਾ ਦੇ ਉੱਤੇ ਜਾ ਕੇ ਬੇਅੰਤ ਤਰ੍ਹਾਂ ਦੇ ਉਹਨਾਂ ਨੂੰ ਲੋਕ ਮਿਲੇ। ਕਈ ਜਿਹੜੇ ਐਸੇ ਵੀ ਸਨ ਜਿਹੜੇ ਕਿ ਈਰਖਾ ਕਰਨ ਵਾਲੇ ਸਨ, ਕਈ ਐਸੇ ਸਨ ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਤੋਂ ਅਦੇ ਪ੍ਰਭਾਵਿਤ ਹੀ ਨਹੀਂ ਹੋਏ ਸਨ। ਪਰ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਗਿਆਨ ਦਿੰਦੇ ਨੇ, ਉਹ ਜਿਹੜੇ ਕਿ ਸੁਰਤੀ ਦੇ ਨਾਲ ਗਿਆਨ ਨੂੰ ਸੁਣ ਲੈਂਦੇ ਨੇ, ਗਿਆਨ ਨੂੰ ਸੁਣ ਕੇ ਉਹਨੂੰ ਹਿਰਦੇ 'ਚ ਵਸਾ ਲੈਂਦੇ ਨੇ, ਫਿਰ ਨਿਰੰਕਾਰ ਸੱਚੇ ਪਾਤਸ਼ਾਹ ਦੇ ਹੀ ਉਹ ਮੁਰੀਦ ਬਣ ਜਾਂਦੇ, ਸਿੱਖ ਬਣ ਜਾਂਦੇ ਨੇ। ਪਰ ਤੁਸੀਂ ਕਿਤੇ ਵੀ ਇਹ ਨਹੀਂ ਤੁਹਾਨੂੰ ਇਤਿਹਾਸ ਦੇ ਵਿੱਚ ਮਿਲੇਗਾ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਤੇ ਵੀ ਜਾ ਕੇ ਇਹ ਹੋਕਾ ਦਿੱਤਾ ਹੋਵੇ ਕਿ ਭਾਈ ਮੇਰੇ ਸਿੱਖ ਬਣ ਜਾਵੋ। ਸਤਿਗੁਰਾਂ ਨੇ ਨਿਰੰਕਾਰ ਦੀ ਸਿਫਤ ਸਲਾਹ ਕਰਕੇ ਸਤਿਗੁਰ ਨੇ ਨਿਰੰਕਾਰ ਦੇ ਨਾਲ ਜੁੜਨ ਦਾ ਹੀ ਸਾਰਿਆਂ ਨੂੰ ਉਪਦੇਸ਼ ਦਿੱਤਾ। ਹੁਣ ਸਤਿਗੁਰ ਜੀ ਇੱਥੇ ਭੈਣਾਂ ਦੀ ਗੱਲ ਕਰਦੇ ਨੇ, ਬੱਚੀਆਂ ਦੀ ਗੱਲ ਕਰਦੇ ਨੇ, ਫਿਰ ਵਾਪਸ ਉਹ ਇਸਤਰੀ ਰੂਪ ਦੇ ਵਿੱਚ ਸਤਿਗੁਰ ਜੀ ਸਾਨੂੰ ਗਿਆਨ ਦਿੰਦੇ ਨੇ। ਹੁਣ ਕਹਿੰਦੇ ਨੇ ਆਵੋ ਭੈਣੇ ਗਲ ਮਿਲਾ ਹੈ ਅੰਕ ਸਹੇਲੜੀਆਂ, ਆਓ ਮੇਰੀਓ ਸਤ ਸੰਗਿਓ, ਸੋਹਣਿਓ ਮੇਰੀਓ ਭੈਣੋ, ਆਓ ਆਪਾਂ ਇੱਕ ਦੂਜੇ ਦੇ ਗਲ ਲੱਗ ਕੇ ਆਪਣੇ ਪਤੀ ਪ੍ਰਮਾਤਮਾ ਦੀਆਂ ਗੱਲਾਂ ਕਰੀਏ। ਮਿਲ ਕੇ ਕਰੇ ਕਹਾਣੀਆਂ ਸਮਰਥ ਕੰਤ ਕੀਆ। ਤੁਸੀਂ ਦੇਖਦੇ ਵੀ ਹੋ ਕਿ ਜੇ ਦੁਨਿਆਵੀ ਪੱਖ ਵੱਲੋਂ ਆਪਾਂ ਦੇਖਾਂਗੇ, ਜਿਹੜੀਆਂ ਬੱਚੀਆਂ ਦੇ ਵਿਆਹ ਹੋ ਜਾਂਦੇ ਨੇ ਨਾ, ਜਦੋਂ ਇਹ ਸਾਵਣ ਦਾ ਮਹੀਨਾ ਆਉਂਦਾ, ਉਹ ਸਾਰੀਆਂ ਫਿਰ ਆਪਣੇ ਪਿੰਡ ਆਉਂਦੀਆਂ, ਆਪਣੇ ਨਗਰ ਆਉਂਦੀਆਂ ਨੇ, ਪੇਕੇ ਘਰ ਆਉਂਦੀਆਂ ਨੇ। ਉੱਥੇ ਸਾਰੀਆਂ ਸਖੀਆਂ ਸਹੇਲੀਆਂ ਬੈਠ ਕੇ ਇੱਕ ਦੂਜੇ ਦੇ ਨਾਲ ਗੱਲਾਂ ਕਰਦੀਆਂ ਨੇ, ਪੁੱਛਦੀਆਂ ਨੇ ਵੀ ਤੇਰੇ ਸਹੁਰੇ ਕਿਸ ਤਰ੍ਹਾਂ ਨੇ, ਤੇਰੇ ਘਰ ਵਾਲੇ ਦਾ ਸੁਭਾਅ ਕਿਸ ਤਰ੍ਹਾਂ, ਇਹ ਹਰ ਇੱਕ ਚੀਜ਼। ਪਰ ਇੱਥੇ ਨਿਰੰਕਾਰ ਕਹਿੰਦੇ ਜਿਹੜੇ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਬੰਦਗੀ ਦੇ ਨਾਲ ਬੱਚੀਆਂ ਜੁੜ ਗਈਆਂ, ਆਤਮਾਵਾਂ ਜੁੜ ਗਈਆਂ, ਉਹ ਫਿਰ ਇਹ ਇਸ ਤਰ੍ਹਾਂ ਦਾ ਨਹੀਂ ਪੁੱਛਦੀਆਂ। ਉਹ ਤਾਂ ਇਹੀ ਕਹਿੰਦੀਆਂ ਨੇ ਵੀ ਆਪਾਂ ਆਣ ਕੇ ਆਓ ਸਾਰੀਆਂ ਬੈਠੀਏ, ਬੈਠ ਕੇ ਆਪਾਂ ਸਤਸੰਗ ਕਰੀਏ। ਉਹ ਸਮਰੱਥ ਕੰਤ ਜਿਹੜਾ ਅਕਾਲ ਪੁਰਖ ਨਿਰੰਕਾਰ ਸਹੀ ਖਸਮ ਸਾਡਾ, ਉਹਦੀਆਂ ਆਪਾਂ ਮਿਲ ਕੇ ਬਾਤਾਂ ਕਰੀਏ, ਉਹਦੇ ਨਾਮ ਦੀ ਵਿਚਾਰ ਕਰੀਏ। ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਾਹ। ਕਿਉਂਕਿ ਕਹਿੰਦੇ ਸੱਚੇ ਨਿਰੰਕਾਰ ਸੱਚੇ ਪਤੀ ਪ੍ਰਮਾਤਮਾ ਦੇ ਵਿੱਚ ਸਾਰੇ ਗੁਣ ਨੇ, ਤੇ ਅਸੀਂ ਸਾਰੇ ਔਗਣ ਦੇ ਨਾਲ ਹੀ ਭਰੀਆਂ ਹੋਈਆਂ, ਸਾਡੇ ਵਿੱਚ ਕੋਈ ਵੀ ਗੁਣ ਨਹੀਂ ਹੈ। ਕਰਤਾ ਸਭ ਕੋ ਤੇਰੇ ਜੋਰ। ਨਿਰੰਕਾਰ ਸੱਚੇ ਪਾਤਸ਼ਾਹ ਜੀ ਸਾਰਿਆਂ ਦੇ ਅੰਦਰ ਤੇਰੀ ਹੀ ਤਾਕਤ, ਤੇਰੀ ਹੀ ਜੋਤ ਕੰਮ ਕਰ ਰਹੀ ਹੈ। ਏਕ ਸ਼ਬਦ ਵਿਚਾਰੀਐ ਜਾਂ ਤੂੰ
ਤਾਂ ਕਿਆ ਹੋਰ। ਨਿਰੰਕਾਰ ਸੱਚੇ ਪਾਤਸ਼ਾਹ ਤੇਰੀ ਸਿਫਤ ਸਲਾਹ ਦੀ ਜਿਹੜੀ ਬਾਣੀ ਹੈ, ਹੁਣ ਬਾਣੀ ਆ ਜਿਹੜੀ ਆਪਾਂ ਨਿਰੰਕਾਰ ਸੱਚੇ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਆ, ਸਾਡੇ ਆਪਣੇ ਅਲਫਾਜ਼ ਨਹੀਂ ਹੈ ਕਿ ਜਿਨ੍ਹਾਂ ਦੇ ਨਾਲ ਆਪਾਂ ਨਿਰੰਕਾਰ ਦੀ ਸਿਫਤ ਸਲਾਹ ਕਰ ਸਕਦੇ ਹਾਂ, ਜਾਂ ਸਾਡੀ ਮੱਤ ਇੰਨੀ ਉੱਚੀ ਸੁੱਚੀ ਨਹੀਂ। ਸੋ ਅਸੀਂ ਕੀ ਕਰਦੇ ਹਾਂ, ਨਿਰੰਕਾਰ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ, ਬੇਨਤੀ ਕਰਦੇ, ਨਿਰੰਕਾਰ ਵੱਲੋਂ ਕੀਤੀ ਹੋਈ ਇਹ ਬਖਸ਼ਿਸ਼ ਧੁਰਦੀ ਬਾਣੀ ਨੂੰ ਅਸੀਂ ਨਾਲ ਲੈ ਕੇ ਇਹਦੇ ਰਾਹੀਂ ਉਹ ਅਕਾਲ ਪੁਰਖ ਦੀ ਮੰਜ਼ਿਲੇ ਮਕਸੂਦ ਦੇ ਉੱਤੇ ਪਹੁੰਚਣ ਦਾ ਆਪਾਂ ਸਾਰਾ ਹੀਲਾ ਵਸੀਲਾ ਕਰਦੇ ਹਾਂ। ਸੋ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਇਹ ਸਹੇਲੀਆਂ ਸੱਚੀ ਸਲਾਹ ਕਰਦੀਆਂ ਨੇ ਵੀ ਜਦੋਂ ਆਪਾਂ ਪੂਰੇ ਕੰਤ ਦੇ ਘਰ ਜਾਣ ਵਾਸਤੇ ਤਿਆਰੀਆਂ ਮਿਲਣ ਵਾਸਤੇ ਆਪਾਂ ਸਾਰੇ ਹੀਲੇ ਵਸੀਲੇ ਕਰਦੀਆਂ, ਆਪਾਂ ਨੂੰ ਨਿਰੰਕਾਰ ਵੱਲੋਂ ਜਿਹੜਾ ਸ਼ਬਦ ਬਖਸ਼ਿਸ਼ ਹੋਇਆ ਹੈ ਉਹ ਹੈ ਨਾਮ ਵਾਹਿਗੁਰੂ, ਜਾਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦਾ ਬੜੇ ਬੇਅੰਤ ਜੀਵ ਨੇ ਜਿਹੜੇ ਕਿ ਅਭਿਆਸ ਕਰਦੇ ਨੇ। ਕਹਿੰਦੇ ਵੀ ਆਪਾਂ ਉਹ ਸ਼ਬਦ ਦੀ ਵਿਚਾਰ ਕਰੀਏ ਤੇ ਹੋਰ ਗੱਲਾਂ ਕਰਦਾ ਕੋਈ ਵੀ ਫਾਇਦਾ ਨਹੀਂ ਹੈ। ਰਹਾਓ ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿਨੀ ਗੁਣੀ। ਹੁਣ ਇਸ ਇਕੱਠ ਦੇ ਵਿੱਚ ਕੁਝ ਨਵੀਆਂ ਵੀ ਬੀਬੀਆਂ ਆਉਂਦੀਆਂ ਨੇ, ਨਵੀਆਂ ਆਤਮਾਵਾਂ ਆਉਂਦੀਆਂ ਨੇ। ਫਿਰ ਜੇ ਉਹ ਦੇਖਦੀਆਂ ਨੇ ਵੀ ਇਹ ਜਿਹੜੀਆਂ ਗੱਲਾਂ ਕਰ ਰਹੇ ਨੇ ਇਹ ਆਪਣੇ ਸੱਚੇ ਪਤੀ ਪ੍ਰਮਾਤਮਾ ਦੀਆਂ ਗੱਲਾਂ ਕਰਦੀਆਂ ਨੇ, ਇਹਦਾ ਮਤਲਬ ਵੀ ਇਹਨਾਂ ਨੇ ਉਹਨੂੰ ਪਾ ਲਿਆ ਹੈ। ਹੁਣ ਜਿਹੜੀਆਂ ਦੂਸਰੀਆਂ ਨਵੀਆਂ ਆਉਂਦੀਆਂ ਨੇ ਉਹ ਆਣ ਕੇ ਹੱਥ ਜੋੜ ਕੇ ਉਹਨਾਂ ਨੂੰ ਪੁੱਛਦੀਆਂ ਨੇ, ਹੇ ਮੇਰੀਓ ਭੈਣੋ, ਜਿਹੜੀਆਂ ਤੁਸੀਂ ਪਤੀ ਵਰਤਾ ਹੋ, ਸਾਨੂੰ ਕਿਰਪਾ ਕਰਕੇ ਇਹ ਦੱਸੋ ਤੁਸੀਂ ਕਿਹੜੇ ਗੁਣਾਂ ਦੇ ਨਾਲ ਉਹਨੂੰ ਪ੍ਰਾਪਤ ਕਰ ਲਿਆ। ਸਹਿਜ ਸੰਤੋਖ ਸਿਗਾਰੀਆ, ਮਿੱਠਾ ਬੋਲਣੀ। ਹੁਣ ਨਿਰੰਕਾਰ ਸੱਚੇ ਪਾਤਸ਼ਾਹ ਨੇ ਜੋ ਜਿਹੜੀਆਂ ਬੱਚੀਆਂ ਇੱਕ ਦੂਜੇ ਨਾਲ ਸਲਾਹ ਕਰਦੀਆਂ ਨੇ ਤੇ ਉਹ ਨਿਰੰਕਾਰ ਦੀ ਇੱਥੇ ਗੱਲ ਕਰਦੀਆਂ ਨੇ, ਕਹਿੰਦੇ ਸਹਿਜ ਔਰ ਡੋਲਤਾ ਵਾਲੀ ਅਵਸਥਾ ਅਸੀਂ ਬਣਾ ਲਈ, ਉਹਦੇ ਹੁਕਮ ਦੇ ਅਧੀਨ ਅਸੀਂ ਚੱਲ ਪਈਆਂ, ਉਹ ਸ਼ਿੰਗਾਰ ਅਸੀਂ ਬਣਾ ਲਿਆ। ਤੇ ਜਿਹੜਾ ਮਿੱਠਾ ਬੋਲਣਾ, ਸੱਤ ਹਰ ਵੇਲੇ ਕਹਿਣਾ ਔਰ ਸੱਤ ਦੇ ਵਿੱਚ ਜੀਵਨ ਬਤੀਤ ਕਰਨਾ। ਜਦੋਂ ਅਸੀਂ ਇਹਨਾਂ ਬੋਲਾਂ ਦੇ ਨਾਲ ਸੋਹਣੇ ਅਲਫਾਜ਼ਾਂ ਦੇ ਨਾਲ ਸ਼ਿੰਗਾਰੀਆਂ ਗਈਆਂ ਤੇ ਸਾਨੂੰ ਉਸ ਨਿਰੰਕਾਰ ਦਾ ਮਿਲਾਪ ਹੋ ਗਿਆ। ਪਿਰ ਰਿਸਾਲੂ ਤਾਂ ਮਿਲੈ, ਜਾਂ ਗੁਰ ਕਾ ਸ਼ਬਦ ਸੁਣੀ। ਆਖਣ ਲੱਗੇ ਇੱਥੇ ਹੀ ਬਸ ਨਹੀਂ ਹੈ, ਕਹਿੰਦੇ ਪਿਰ ਰਸਾਲੂ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਹਿੰਦੇ ਸੁੰਦਰ, ਮੈਨੂੰ ਆਪਣੇ ਪਤੀ ਪਰਮਾਤਮਾ ਦਾ ਸੁੰਦਰ ਉਹ ਹੀਰੇ ਮੋਤੀਆਂ ਤੇ ਸੋਨੇ ਦੇ ਵਰਗਾ ਜਿਹੜਾ ਸੋਨੇ ਨਾਲ ਬਣਿਆ ਹੋਇਆ ਘਰ ਸੀ ਉਹ ਮਿਲ ਗਿਆ। ਕਦੋਂ ਮਿਲਿਆ? ਜਦੋਂ ਮੈਂ ਗੁਰੂ ਦਾ ਸ਼ਬਦ, ਗੁਰੂ ਦਾ ਹੁਕਮ ਮੰਨਣਾ ਸ਼ੁਰੂ ਕਰ ਦਿੱਤਾ, ਉਹ ਸ਼ਬਦ ਦੇ ਵਿੱਚ ਆਪਣਾ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ, ਦਿਨ ਰਾਤ ਉਹ ਸ਼ਬਦ ਦੀ ਹੀ ਆਰਾਧਨਾ ਕਰਨੀ ਸ਼ੁਰੂ ਕਰ ਦਿੱਤੀ। ਕੇਤੀਆਂ ਤੇਰੀਆਂ ਕੁਦਰਤੀ, ਕੇਵਡ ਤੇਰੀ ਦਾਤ। ਤੇ ਨਾਲ ਕਹਿੰਦੀਆਂ ਨੇ ਆਪਾਂ ਉਹਦਾ ਆਦ ਅੰਤ ਨਹੀਂ ਪਾ ਸਕਦੀਆਂ, ਉਹਦੀ ਕੁਦਰਤ ਦਾ ਵੀ ਗਿਆਨ ਨਹੀਂ ਦੇ ਸਕਦੇ। ਇਹ ਅਕਾਲ ਪੁਰਖ ਨਿਰੰਕਾਰ ਸਾਡੇ, ਤੇਰੀ ਕੁਦਰਤ ਤੇ ਤੇਰੀਆਂ ਤਾਕਤਾਂ ਤੇ ਤੇਰੀਆਂ ਬੇਅੰਤ ਬਖਸ਼ਿਸ਼ਾਂ ਸਾਡੇ ਉੱਤੇ ਹੋਈਆਂ ਹਨ। ਕੇਤੇ ਤੇਰੇ ਜੀ ਜੰਤ, ਸਿਫਤ ਕਰੇ ਦਿਨ ਰਾਤ। ਨਿਰੰਕਾਰ ਅਸੀਂ, ਸਾਨੂੰ ਤਾਂ ਉਹਨਾਂ ਦਾ ਵੀ ਗਿਆਨ ਨੇ ਵੀ ਕਿੰਨੇ ਬੇਅੰਤ ਅਸੰਖ ਦੀ ਗੱਲ ਜਿਹੜੀ ਪਹਿਲਾਂ ਹੋਈ ਸੀ, ਬੇਅੰਤ ਜੀਵ ਜੰਤ ਨੇ ਨਿਰੰਕਾਰ ਜਿਹੜੇ ਦਿਨ ਰਾਤ ਤੇਰੀ ਸਿਫਤ ਸਲਾਹ ਦੇ ਵਿੱਚ ਜੁੜੇ ਹੋਏ ਨੇ। ਮੈਂ ਤਾਂ ਜੀ ਸ਼ੁਰੂ ਹੀ ਕਰਨ ਲੱਗਾ ਹਾਂ, ਪਰ ਮੈਂ ਉਹਨਾਂ ਦਾ ਕਿੱਦਾਂ ਜ਼ਿਕਰ ਕਰ ਸਕਾਂ ਜਿਹੜੇ ਦਿਨ ਰਾਤ ਤੇਰੀ ਬੰਦਗੀ ਦੇ ਵਿੱਚ ਬੈਠੇ ਨੇ। ਕੇਤੇ ਤੇਰੇ ਰੂਪ ਰੰਗ, ਕੇਤੇ ਜਾਤ ਅਜਾਤ। ਨਿਰੰਕਾਰ ਸੱਚੇ ਪਾਤਸ਼ਾਹ ਜੀ ਤੁਸੀਂ ਹਰ ਚੀਜ਼ ਦੇ ਵਸਤੂ ਦੇ ਵਿੱਚ ਸਰਵ ਵਿਆਪਕ ਹੋ। ਕਿੰਨੀ ਪਤਾ ਨਹੀਂ ਕਿੰਨੀਆਂ ਉੱਚੀਆਂ ਜਾਤਾਂ ਵਾਲੇ ਤੁਸੀਂ ਬਣਾ ਦਿੱਤੇ, ਕਿੰਨੇ ਕੁ ਨੀਵੀਆਂ ਜਾਤਾਂ ਵਾਲੇ ਬਣਾਤੇ, ਕਿੰਨੇ ਕੁ ਰੂਪ ਨੇ ਤੇ ਕਿੰਨੇ ਕੁ ਰੰਗ, ਇਹਦਾ ਵੀ ਮੈਨੂੰ ਕੋਈ ਗਿਆਨ ਨਹੀਂ ਹੈ। ਸੱਚ ਮਿਲੈ ਸੱਚ ਉਪਜੈ, ਸੱਚ ਮਹਿ ਸਾਚ ਸਮਾਏ। ਜਿਸ ਨਿਰੰਕਾਰ ਸੱਚੇ ਪਾਤਸ਼ਾਹ ਦੀ ਕਿਰਪਾ ਸਾਡੇ ਤੇ ਹੋ ਜਾਂਦੀ, ਅਸੀਂ ਸੱਚ ਦਾ ਆਰਾਧਨਾ ਕਰਨੇ, ਸੱਚ ਨੂੰ ਜਪਣ ਲੱਗ ਪੈਂਦੇ ਹਾਂ, ਸੱਚੇ ਨਾਮ ਦੇ ਨਾਲ ਅਸੀਂ ਬੰਦਗੀ ਕਰਨ ਲੱਗ ਪੈਂਦੇ ਹਾਂ, ਸਿਮਰਨ ਕਰਨ ਲੱਗ ਪੈਂਦੇ ਹਾਂ, ਤੇ ਫਿਰ ਏਡੀ ਬਖਸ਼ਿਸ਼ ਹੋ ਜਾਂਦੀ। ਜਿਵੇਂ ਅਕਬਰ ਅੱਗੇ ਵੀ ਬੇਨਤੀ ਕੀਤੀ ਸੀ ਕਿ ਜਦੋਂ ਅਸੀਂ ਜਿਹੜਾ ਨਾਮ ਜਪਾਂਗੇ ਇੱਕ ਦਿਨ ਉਹਦਾ ਹੀ ਰੂਪ ਬਣ ਜਾਵਾਂਗੇ। ਪਰ ਇਸ ਕਹਿੰਦੇ ਵੀ ਸੱਚ ਜਪਣ ਦੇ ਨਾਲ ਮੈਂ ਖੁਦ ਸੱਚ ਦੇ ਵਿੱਚ ਹੀ ਲੀਨ ਹੋ ਗਿਆ।
ਸੁਰਤ ਹੋਵੇ ਪਤ ਉਗਵੈ ਗੁਰ ਬਚਨੀ ਪੋਖਾਏ। ਸੁਰਤ ਹੋਵੇ, ਜਦੋਂ ਉੱਚੀ ਸੁਰਤ ਦਾ ਮਾਲਕ ਮੈਂ ਬਣ ਜਾਵਾਂ, ਉਸ ਵੇਲੇ ਕੀ ਹੁੰਦਾ ਹੈ, ਮੇਰੀ ਜਿਹੜੀ ਉੱਚੀ ਮੱਤ ਪ੍ਰਗਟ ਹੋ ਜਾਂਦੀ ਹੈ। ਉਹ ਕੀ ਹੁੰਦੀ, ਜਿਹੜੀ ਉੱਚੀ ਮੱਤ ਹੁੰਦੀ ਹੈ ਉਸ ਨੂੰ ਉਹਨੂੰ ਕੈਸ਼ ਦੇ ਬੈਂਕ ਟ੍ਰਾਂਸਫਰ ਦੇਣੇ ਆ। ਉਹ ਜਿਹੜੀ ਉੱਚੀ ਮੱਤ ਹੁੰਦੀ ਹੈ, ਉੱਚੀ ਮੱਤ ਦੇ ਨਾਲ ਮੈਂ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਵੱਲੋਂ ਜਿਹੜਾ ਮੈਨੂੰ ਪ੍ਰੇਮ ਦਾ ਭੋਜਨ ਮਿਲ ਰਿਹਾ ਹੈ, ਮੈਂ ਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲ ਰਿਹਾ ਹਾਂ ਤੇ ਉਹਦੀ ਕਿਰਪਾ ਦੇ ਨਾਲ ਗੁਰਬਚਨੀ ਪੌਖਾਏ ਹਾਂ। ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਮੇਰਾ ਸੰਸਾਰ ਦੇ ਉੱਤੇ ਡਰ ਵਾਲਾ ਜੀਵਨ ਹੈ, ਉਹ ਸਾਰਾ ਨਿਰੰਕਾਰ ਦੀ ਕਿਰਪਾ ਨਾਲ ਡਰ ਮੁੱਕ ਜਾਂਦਾ ਹੈ। ਨਾਨਕ ਸੱਚਾ ਪਾਤਸ਼ਾਹੋ ਆਪੇ ਲਏ ਮਿਲਾਏ। ਨਿਰੰਕਾਰ ਸੱਚੇ ਪਾਤਸ਼ਾਹ ਆਪ ਹੀ ਕਿਰਪਾ ਦੇ ਸਾਗਰ ਹਨ, ਆਪ ਹੀ ਰਹਿਮਤ ਕਰਨ ਵਾਲੇ ਹਨ ਤੇ ਆਪ ਹੀ ਜਿਨ੍ਹਾਂ ਦੇ ਉੱਤੇ ਦਿਆਲ ਹੋ ਜਾਂਦੇ ਨੇ ਉਹਨਾਂ ਨੂੰ ਆਪਣੇ ਆਪ ਦੇ ਵਿੱਚ ਮਿਲਾ ਲੈਂਦੇ ਹਨ। ਸ੍ਰੀ ਰਾਗ ਮਹਲਾ ਪਹਿਲਾ। ਭਲੀ ਸਰੀ ਜੈ ਉਬਰੀ ਹਉਮੈ ਮੁਈ ਕਰਾਹੋ। ਭਲੀ ਸਰੀ, ਸਰੀ ਕਹਿੰਦੇ ਨੇ ਫੱਬ ਗਈ। ਮੇਰੀ ਜਿੰਦ ਜਦੋਂ ਵਿਕਾਰਾਂ ਤੋਂ ਬਚ ਜਾਂਦੀ ਹੈ, ਵਿਕਾਰ ਮੈਨੂੰ ਛੱਡ ਜਾਂਦੇ ਨੇ, ਉਹ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਮੇਰੀ ਜਿੰਦ ਪ੍ਰਵਾਨ ਹੋ ਜਾਂਦੀ, ਜਿਹਨੂੰ ਹਉਮੈ ਦਾ ਰੋਗ ਦੂਰ ਹੋ ਗਿਆ। ਦੂਤ ਲਗੇ ਫਿਰ ਚਾਕਰੀ ਸਤਿਗੁਰ ਕਾ ਵੇਸਾਹੋ। ਐਸੀ ਮੇਰੇ ਉੱਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਕਿ ਜਿਹੜੇ ਮੇਰੇ ਵਿਕਾਰ ਨੇ, ਮੈਨੂੰ ਖੁਆਰ ਕਰਨ ਵਾਲੇ ਨੇ, ਉਹ ਸਾਰੇ ਮੇਰੇ ਵੱਸ ਦੇ ਵਿੱਚ ਹੋ ਕੇ ਮੇਰੀ ਸੇਵਾ ਦੇ ਵਿੱਚ ਹੀ ਲੱਗ ਜਾਂਦੇ ਹਨ। ਕਲਪ ਤਿਆਗੀ ਬਾਦ ਹੈ ਸੱਚਾ ਵੇ ਪਰਵਾਹੋ। ਹੁਣ ਸਦਾ ਉਹ ਨਿਰੰਕਾਰ ਸਦਾ ਥਿਰ ਰਹਿਣ ਵਾਲਾ ਬੇਪਰਵਾਹ ਪਤੀ ਜੋ ਮੇਰਾ ਹੈ, ਪਰਮਾਤਮਾ ਜੋ ਮੇਰਾ ਹੈ, ਉਹ ਮੈਨੂੰ ਮਿਲ ਪਿਆ। ਮੈਂ ਹੁਣ ਵਿਅਰਥ ਕਲਪਨਾ ਕਰਨੀ ਛੱਡ ਦਿੱਤੀ। ਉਹ ਜਿਹੜੀਆਂ ਵਸਤੂਆਂ ਮੈਨੂੰ ਪਰਮਾਤਮਾ ਤੋਂ ਦੂਰ ਤੇ ਮੇਰੇ ਤੇ ਪਰਮਾਤਮਾ ਦੇ ਵਿੱਚ ਵਿਤ ਪਾ ਰਹੀਆਂ ਨੇ, ਮੈਂ ਉਹਨਾਂ ਸਾਰਿਆਂ ਬਾਰੇ ਸੋਚਣਾ ਬੰਦ ਕਰ ਦਿੱਤਾ ਹੈ। ਮਨ ਰੇ ਸੱਚ ਮਿਲੇ ਪੋ ਜਾਏ। ਇਹ ਮੇਰੇ ਮਨਾ, ਉਹ ਨਿਰੰਕਾਰ ਸੱਚੇ ਪਾਤਸ਼ਾਹ ਦਾ ਜੇ ਸੱਚਾ ਡਰ ਤੇਰੇ ਅੰਦਰ ਪ੍ਰਗਟ ਹੋ ਗਿਆ, ਜਿਸ ਵੇਲੇ ਤੂੰ ਸੱਚ ਦੇ ਵਿੱਚ ਲੀਨ ਹੋ ਗਿਆ, ਤਾਂ ਫਿਰ ਕਹਿੰਦੇ ਕੀ ਹੁੰਦਾ ਹੈ, ਦੁਨੀਆ ਦਾ ਡਰ ਖਤਮ ਹੋ ਜਾਂਦਾ, ਕਿਉਂਕਿ ਪ੍ਰਮਾਤਮਾ ਤੇਰਾ ਸਹਾਈ ਬਣ ਜਾਂਦਾ। ਉਹ ਇੱਥੇ ਡਰ ਸਾਨੂੰ ਸਤਿਗੁਰ ਦਾ ਅੰਦਰ ਜਿਹੜਾ ਪ੍ਰੇਮ ਵਾਲਾ ਭਾਵ ਤੇ ਭਾਵ ਦੋਨਾਂ ਹੀ ਦੇ ਵਿੱਚ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਪੈ ਬਿਨ ਨਿਰਭਉ ਕਿਉ ਥੀਐ ਗੁਰਮੁਖ ਸ਼ਬਦ ਸਮਾਏ। ਭੈ ਬਿਨ, ਡਰ ਤੋਂ ਬਗੈਰ ਜੀਵਨ ਜਿਹੜਾ ਹੈ ਉਹ ਨਿਰਭਉ ਨਹੀਂ ਹੁੰਦਾ। ਨਿਰਭਉ ਦਾ ਮਤਲਬ ਜਦੋਂ ਸਾਨੂੰ ਕਿਸੇ ਨਾ ਕਿਸੇ ਚੀਜ਼ ਦਾ ਡਰ ਹੀ ਰਹਿੰਦਾ ਹੈ ਵੀ ਅਸੀਂ ਐਸਾ ਕੰਮ ਨਾ ਕਰੀਏ ਜਿਹਦੇ ਕਾਰਨ ਕਰਕੇ ਉਹ ਨਿਰੰਕਾਰ ਤੋਂ ਅਸੀਂ ਦੂਰ ਹੋ ਜਾਈਏ, ਸਾਨੂੰ ਡਰ ਹੀ ਬਣਿਆ ਰਹੇ। ਕਹਿੰਦੇ ਕੋਈ ਜਾਂ ਹੁਣ ਦੇਖੋ, ਇੱਕ ਬੱਚੀ ਵਿਆਹੀ ਜਾਂਦੀ ਹੈ, ਉਹਨੂੰ ਆਪਣੀ ਸੱਸ ਦਾ ਡਰ ਰਹਿੰਦਾ ਹੈ, ਆਪਣੇ ਪਤੀ ਦਾ ਡਰ ਹੈ, ਨਵੇਂ ਘਰ ਦੇ ਵਿੱਚ ਜਾਂਦੀ ਹੈ, ਉਹ ਡਰ ਦੇ ਵਿੱਚ ਜਦੋਂ ਜੀਵਨ ਬਤੀਤ ਕਰ ਰਹੀ ਹੈ, ਉਸ ਵੇਲੇ ਫਿਰ ਉਸ ਨੂੰ ਅੰਦਰ ਦਾ ਸੁੱਖ ਪ੍ਰਾਪਤ ਨਹੀਂ ਹੁੰਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਵੀ ਪਹਿਲਾਂ ਇੱਥੋਂ ਤੈਨੂੰ ਉਹ ਡਰ ਨੂੰ ਦੂਰ ਕਰਨਾ। ਜਿਹੜੀਆਂ ਡਰਨ ਆਉਣ ਵਾਲੀਆਂ ਚੀਜ਼ਾਂ ਨੇ, ਜਦੋਂ ਉਹ ਤੇਰੇ ਕੋਲੋਂ ਦੂਰ ਹੋ ਗਈਆਂ ਜਾਂ ਉਹਨਾਂ ਨੂੰ ਦੂਰ ਕਰਨ ਵਾਸਤੇ ਤੇਰੇ ਕੋਲ ਉਹ ਗੁਰੂ ਦਾ ਸ਼ਬਦ ਹੀ ਹੈ, ਤੂੰ ਗੁਰਮੁਖਾਂ ਵਾਲਾ ਜੀਵਨ ਬਤੀਤ ਕਰਕੇ, ਗੁਰਮੁਖਾਂ ਵਾਲਾ ਜੀਵਨ ਬਣਾ ਕੇ ਉਹ ਸ਼ਬਦ ਵਿੱਚ ਸਮਾ ਜਾ। ਰਹਾਉ ਕੀਤਾ ਆਖਣ ਆਖੀਐ ਆਖਣ ਟੋਟ ਨਾ ਹੋਏ। ਕਿੰਨੇ ਨੇ ਜਿਹੜੇ ਉਹ ਅਕਾਲ ਪੁਰਖ ਨੂੰ ਵੱਖਰੇ ਵੱਖਰੇ ਨਾਵਾਂ ਦੇ ਨਾਲ ਯਾਦ ਕਰ ਰਹੇ ਨੇ, ਕਿੰਨੇ ਨੇ, ਤੇ ਕਿੰਨੇ ਨੇ ਜਿਹੜੇ ਉਹਦੇ ਕੋਲ ਮੰਗਤੇ ਨੇ, ਮੰਗੇ ਜਾਂਦੇ ਨੇ। ਆਖਣ ਤੋੜ ਨਾ ਹੋਏ ਤਾਂ ਕਹਿੰਦੇ ਵੀ ਦੁਨੀਆ ਤਾਂ ਮੰਗ ਮੰਗ ਕੇ ਮੁੱਕ ਜਾਂਦੀ ਹੈ, ਪਰ ਉਹਦੀਆਂ ਦਾਤਾਂ ਨਹੀਂ ਮੁੱਕਦੀਆਂ। ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਏ। ਮੰਗਣ ਵਾਲੇ ਕਿੰਨੇ ਨੇ ਇਹ ਸੰਸਾਰ ਦੇ ਉੱਤੇ। ਹੁਣ ਜਦੋਂ ਤੁਸੀਂ ਚੰਗੀ ਤਰ੍ਹਾਂ ਇਸ ਨੂੰ ਵਿਚਾਰੋਗੇ, ਆਪਾਂ ਵੀ ਜਦੋਂ ਗੁਰੂ ਘਰ ਜਾਂਦੇ ਹਾਂ
ਜਾਂ ਆਪਾਂ ਹੋਰ ਕੋਈ ਧਾਰਮਿਕ ਸਥਾਨ ਦੇ ਉੱਤੇ ਜਾਂਦੇ ਹਾਂ, ਸਾਡੀ ਅਰਦਾਸ ਕਿਹਦੀ ਹੁੰਦੀ ਹੈ? ਜੇ ਤਾਂ ਗੁਰਮੁਖਿਆ ਤਾਂ ਫਿਰ ਕੀ ਹੁੰਦਾ, ਤੁਹਾਨੂੰ ਨਿਰੰਕਾਰ ਦੇ ਕੋਲੋਂ ਤੁਸੀਂ ਨਾਮ ਮੰਗਦੇ ਹੋ ਤੇ ਆਪਣੇ ਆਪ ਨੂੰ ਇਹ ਕਹਿ ਰਹੇ ਹੋ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਔਰ ਤੁਸੀਂ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਬੁਰਾ ਬਣਾਉਂਦੇ ਹੋ, ਆਪਣੇ ਆਪ ਨੂੰ ਬੁਰਾ ਸਮਝਦੇ ਹੋ ਕਿਉਂਕਿ ਅਜੇ ਤੁਹਾਡਾ ਪ੍ਰਮਾਤਮਾ ਦੇ ਨਾਲ ਮਿਲਾਪ ਨਹੀਂ ਹੋਇਆ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ, ਭਰੋਸਾ ਹੋ ਗਿਆ ਸਾਨੂੰ ਵੀ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੇਗਾ। ਦੂਸਰਾ ਅਸੀਂ ਕਹਿੰਦੇ ਆ ਹਉ ਪਾਪੀ ਤੂੰ ਬਖਸ਼ਣਹਾਰ, ਇਹ ਅਕਾਲ ਪੁਰਖ ਮੇਰੇ ਵਰਗਾ ਪਾਪੀ ਸੰਸਾਰ ਦੇ ਉੱਤੇ ਕੋਈ ਨਹੀਂ ਤੇ ਤੇਰੇ ਵਰਗਾ ਬਖਸ਼ਣਹਾਰਾ ਕੋਈ ਨਹੀਂ। ਤਾਂ ਹੀ ਜਿਹੜਾ ਭਗਤ ਰਵਿਦਾਸ ਜੀ ਦਾ ਸ਼ਬਦ ਹੈ ਉਹਦਾ ਕਈ ਬਹੁਤ ਪਿਆਰੇ ਨੇ ਜਿਹੜੇ ਨਿਤਨੇਮ ਕਰਦੇ ਨੇ। ਹਮ ਸਰ ਦੀਨ ਦਿਆਲ ਨ ਤੁਮ ਸਰ ਅਬ ਪਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ। ਹਉ ਬਲ ਬਲ ਜਾਉ ਰਮਈਆ ਕਾਰਣੇ ਕਾਰਨ ਕਵਨ ਅਬੋਲ, ਬਹੁ ਰਹਾਉ ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ ਕਹੇ ਰਵਿਦਾਸ ਆਸ ਲਗ ਜੀਵਾ ਚਿਰ ਭਇਓ ਦਰਸ਼ਨ ਵੇਖੇ। ਤੇ ਇੱਥੇ ਉਸ ਅਕਾਲ ਪੁਰਖ ਨੂੰ ਸਭ ਤੋਂ ਉੱਚਾ ਤੇ ਸੁੱਚਾ ਜਾਣ ਕੇ, ਆਪ ਨੂੰ ਸਭ ਤੋਂ ਨੀਵਾਂ ਜਾਣ ਕੇ ਜੀਵ ਜਿਹੜਾ ਹੈ ਇਹ ਜੀਵਨ ਨੂੰ ਬਤੀਤ ਕਰੇ ਤਾਂ ਉਹ ਸਦਾ ਹੀ ਸੁਖ ਪਾਉਂਦਾ ਹੈ। ਜਿਸਕੇ ਜੀ ਪ੍ਰਾਣ ਹੈ ਮਨ ਵਸਿਐ ਸੁਖ ਹੋਏ, ਜਿਹਦੇ ਹੱਥ ਦੇ ਵਿੱਚ ਸਾਡੀ ਜਿੰਦ ਤੇ ਸਾਡੇ ਪ੍ਰਾਣ ਨੇ, ਜਿਹਦੇ ਹੱਥ ਦੇ ਵਿੱਚ ਕਹਿੰਦੇ ਉਹਨੂੰ ਅੰਦਰ ਵਸਾਇਆ ਦੇ, ਉਹਦੇ ਨਾਮ ਨੂੰ ਅੰਦਰ ਵਸਾਇਆ ਦੇ ਉੱਤੇ ਔਰ ਆਪਣੇ ਆਪ ਨੂੰ ਪਵਿੱਤਰ ਕੀਤੇ ਤੋਂ ਬਗੈਰ ਇਹ ਸੁੱਖ ਨਹੀਂ ਹਾਸਲ ਹੁੰਦਾ। ਪਰ ਜਦੋਂ ਅਸੀਂ ਪਵਿੱਤਰ ਹੋ ਜਾਂਦੇ ਹਾਂ, ਉਸ ਪ੍ਰਮਾਤਮਾ ਦੀ ਸਿਫਤ ਸਲਾਹ ਜੁੜ ਜਾਂਦੇ ਹਾਂ, ਫਿਰ ਸਾਡਾ ਜੀਵਨ ਸੁੱਖਾਂ ਭਰਿਆ ਬਣ ਜਾਂਦਾ ਹੈ। ਜਗ ਸੁਪਨਾ ਬਾਜੀ ਬਣੀ ਖਿਨ ਮੈਂ ਖੇਲ ਖਿਲਾਏ, ਇਹ ਤਾਂ ਸੰਸਾਰ ਜਿਹੜਾ ਇਹ ਸੁਪਨੇ ਦੀ ਨਿਆਈ ਆ, ਹਮਾਰੇ ਨੌਵੇਂ ਪਾਤਸ਼ਾਹ ਦੀ ਬਾਣੀ ਵਿੱਚ ਆਵੇਗਾ ਗਾਹਾਂ ਜਾ ਕੇ। ਇਹ ਤਾਂ ਸੁਪਨੇ ਦੀ ਨਿਆਈ ਆ। ਜਿੱਦਣ ਇਹ ਜਗਤ ਦੀ ਖੇਡ ਸੁਪਨੇ ਦੇ ਵਿੱਚ ਸਤਿਗੁਰਾਂ ਨੇ ਬਣਾ ਦਿੱਤੀ, ਕਈ ਇਹਨੂੰ ਸੁਪਨੇ ਦੇ ਵਿੱਚ ਉਹ ਜਿਹੀ ਚੀਜ਼ਾਂ ਦੇ ਨਾਲ ਖੇਡ ਰਹੇ ਨੇ, ਉਹਨਾਂ ਵਸਤੂਆਂ ਦੇ ਵਿੱਚ ਖੁੱਭੇ ਹੋਏ ਨੇ, ਉਹਨਾਂ ਦੇ ਨਾਲ ਉਹਨਾਂ ਦਾ ਪ੍ਰੇਮ ਪੈ ਗਿਆ ਜਿਹੜੀਆਂ ਪ੍ਰਮਾਤਮਾ ਤੋਂ ਦੂਰ ਲੈ ਕੇ ਜਾ ਰਹੀਆਂ ਨੇ। ਕੋਈ ਐਸੇ ਨੇ ਅਕਾਲ ਪੁਰਖ ਨੇ ਬਣਾ ਦਿੱਤੇ ਜਿਹੜੇ ਕਿ ਉਹ ਅਕਾਲ ਪੁਰਖ ਦੇ ਲਾਗੇ ਹੋ ਗਿਆ। ਇਹ ਉਹਦੀ ਖੇਡ ਹੈ, ਪਰ ਸਾਰਾ ਸੰਸਾਰ ਇੱਕ ਸੁਪਨੇ ਦੀ ਹੀ ਖੇਡ ਹੈ। ਸੰਜੋਗੀ ਮਿਲੇ ਕਸੇ ਵੇ ਜੋਗੀ ਉੱਠ ਜਾਏ, ਜਿਹੜੇ ਸੰਜੋਗੀ ਨੇ ਉਹ ਤਾਂ ਨਿਰੰਕਾਰ ਦੇ ਨਾਲ ਮਿਲ ਜਾਂਦੇ ਨੇ, ਤੇ ਜਿਹੜੇ ਵਿਜੋਗੀ ਨੇ, ਜਿਹੜੇ ਕਿ ਸਤਿਗੁਰ ਤੋਂ ਟੁੱਟੇ ਹੋਏ ਨੇ, ਉਹ ਫਿਰ ਇਥੋਂ ਦੁਖੀ ਹੋ ਕੇ ਉੱਠ ਕੇ ਜਾਂਦੇ ਹਨ। ਜੋ ਤਿਸ ਪਾਣਾ ਸੋਥੀਐ ਅਵਰ ਨ ਕਰਨਾ ਜਾਏ, ਨਿਰੰਕਾਰ ਅਕਾਲ ਪੁਰਖ ਨੂੰ ਜੋ ਚੰਗਾ ਲੱਗਦਾ ਉਹੀ ਉਹ ਕਰ ਰਿਹਾ ਹੈ। ਸਾਡੇ ਵੱਸ ਦੇ ਵਿੱਚ ਕੁਝ ਨਹੀਂ ਹੈ। ਸਾਡੇ ਹੁਕਮ ਦੇ ਨਾਲ ਜਾਂ ਸਾਡੀ ਮਰਜ਼ੀ ਦੇ ਨਾਲ ਕੁਝ ਨਹੀਂ ਹੋ ਸਕਦਾ। ਜੋ ਉਹਨੂੰ ਚੰਗਾ ਲੱਗਦਾ ਉਹੀ ਉਹ ਸੋਹਣਾ ਕਰ ਰਿਹਾ ਤੇ ਉਹੀ ਸਾਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਹੈ। ਗੁਰਮੁਖ ਵਸਤ ਵੈਸਾਹੀਐ ਸੱਚ ਵਖਰ ਸਚ ਰਾਸ, ਜਿਹੜੇ ਗੁਰਮੁਖ ਨੇ ਨਿਰੰਕਾਰ ਵੱਲੋਂ ਗਿਆਨ ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ, ਉਹਨਾਂ ਨੇ ਆਪਣੇ ਜੀਵਨ ਨੂੰ ਸੱਚੇ ਮਾਰਗ ਦੇ ਉੱਤੇ ਤੋਰ ਲਿਆ। ਉਹ ਫਿਰ ਹਰ ਵੇਲੇ ਇਦੂ ਸੰਸਾਰ ਦੇ ਉੱਤੇ ਸੱਚੀ ਹੀ ਵਣਜ ਕਰਦੇ ਨੇ, ਸੱਚਾ ਹੀ ਸੌਦਾ ਇਦੂ ਸੰਸਾਰ ਦੇ ਉੱਤੇ ਖਰੀਦਦੇ ਨੇ ਤੇ ਸੱਚਾ ਸੌਦਾ ਖਰੀਦ ਕੇ ਸੱਚੇ ਨਾਮ ਧਨ ਦੀ ਕਮਾਈ ਕਰ ਕਰਕੇ ਇਸ ਸੰਸਾਰ ਦੇ ਉੱਤੇ ਆਪਣੇ ਜੀਵਨ ਨੂੰ ਆਨੰਦ ਦੇ ਵਿੱਚ ਰੱਖ ਕੇ, ਸੁੱਖ ਦੇ ਵਿੱਚ ਰੱਖ ਕੇ, ਸੰਤੋਖ ਦੇ ਵਿੱਚ ਰੱਖ ਕੇ ਬਤੀਤ ਕਰਦੇ ਨੇ। ਜਿਨੀ ਸੱਚ ਬਣੰਜਿਆ ਗੁਰਪੂਰੇ ਸਾਬਾਸ, ਜਿਨ੍ਹਾਂ ਨੇ ਇਦੂ ਸੰਸਾਰ ਦੇ ਉੱਤੇ ਉਹ ਸੱਚ ਦਾ ਸੌਦਾ ਖਰੀਦ ਲਿਆ, ਸੱਚ ਦੀ ਵਣਜ ਕਰਦਾ ਗਿਆਨ ਹੋ ਗਿਆ, ਨਿਰੰਕਾਰ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਫਿਰ ਆਦਰ ਮਾਣ ਦਿੰਦੇ ਹਨ। ਨਾਨਕ ਵਸਤ ਪਛਾਣ ਸੀ ਸੱਚ ਸੌਂਦਾ ਜਿਸ ਪਾਸ, ਨਿਰੰਕਾਰ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਜੀਵ ਨੇ ਉਹ ਸੱਚ ਦੀ ਪਹਿਚਾਣ ਕਰ ਲੇ, ਸੱਚ ਸੌਦੇ ਦੀ ਵਣਜ ਕਰਨੀ ਸ਼ੁਰੂ ਕਰ ਦਿੱਤੀ, ਨਿਰੰਕਾਰ ਸੱਚੇ ਪਾਤਸ਼ਾਹ ਜੀ ਉਸ ਨੂੰ ਇੱਥੇ ਵਡਿਆਈਆਂ ਦਿੰਦੇ ਨੇ, ਮਾਣ ਦਿੰਦੇ ਨੇ ਔਰ ਉਹਦੀ ਇਦੂ ਸੰਸਾਰ ਦੇ ਉੱਤੇ ਕਦਰ ਵੀ ਪੈਂਦੀ ਹੈ। ਸ੍ਰੀ ਰਾਗ ਮਹਲਾ ਪਹਿਲਾ
ਤਾਤ ਮਿਲੇ ਫੁਨ ਤਾਤ ਕਉ ਸਿਫਤੀ ਸਿਫਤ ਸਮਾਏ। ਹੁਣ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਕੀ ਦੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਮੁੱਖ ਰੱਖਿਆ। ਕਹਿੰਦੇ ਧਾਤ ਮਿਲੇ ਫੁਨ ਧਾਤ ਸਿਉ। ਜਿਸ ਤਰ੍ਹਾਂ ਧਾਤ ਮਿਲੇ ਫੁਨ ਧਾਤ ਕੋ, ਹੁਣ ਦੋ ਚੀਜ਼ਾਂ ਨੇ। ਹੁਣ ਆਪਾਂ ਇੱਕ ਰੱਖ ਲਈਏ ਕਿ ਸੋਨਾ ਹੈ, ਸੋਨੇ ਦੇ ਵਿੱਚੋਂ ਗਹਿਣੇ ਬਣ ਜਾਂਦੇ ਨੇ। ਉਹ ਜਿਹੜੇ ਗਹਿਣੇ ਨੇ ਜਦੋਂ ਕਿਤੇ ਸਮਾਂ ਆਉਂਦਾ ਅਸੀਂ ਵਾਪਸ ਸੁਨਿਆਰ ਨੂੰ ਜਾ ਕੇ ਵੇਚ ਦਿੰਦੇ ਆ। ਉਹ ਸੁਨਿਆਰ ਉਹਨਾਂ ਨੂੰ ਜਦੋਂ ਢਾਲਦਾ ਉਹ ਮੁੜ ਕੇ ਸੋਨੇ ਦਾ ਰੂਪ ਬਣ ਜਾਂਦਾ ਹੈ। ਇਸੇ ਤਰ੍ਹਾਂ ਲੋਹਾ ਵੀ ਹੈ ਔਰ ਹੋਰ ਵੀ ਅਨੇਕਾਂ ਵਸਤੂਆਂ ਨੇ ਜਿਹੜੀਆਂ ਕਿ ਉਹ ਇੱਕ ਵਸਤੂ ਦੇ ਵਿੱਚੋਂ ਬਣਦੀਆਂ ਨੇ, ਪਰ ਜਦੋਂ ਉਹਨਾਂ ਦਾ ਅੰਤ ਹੋ ਜਾਂਦਾ ਹੈ ਉਹ ਉਹਦੇ ਵਿੱਚ ਹੀ ਜਾ ਕੇ ਰਲ ਜਾਂਦੀਆਂ ਨੇ। ਕਹਿੰਦੇ ਜਿੱਦਾਂ ਫਿਰ ਇਹ ਧਾਤ ਜਿਹੜੀ ਹੈ ਉਹ ਆਪਣੀ ਅਸਲ ਜਿਹਦੇ ਕੋਲੋਂ ਵਿਛੜ ਕੇ ਆਈ ਸੀ, ਜਾਂ ਸਮੁੰਦਰ ਹੈ, ਸਮੁੰਦਰ ਤੋਂ ਛਲ ਉੱਠਦੀ ਹੈ, ਉਸ ਦਾ ਨਾਮ ਛਲ ਪੈ ਜਾਂਦਾ, ਪਰ ਕੁਝ ਸਮਾਂ ਛਲ ਜਿਹੜੀ ਹੈ ਉਹ ਜੁਦੀ ਹੁੰਦੀ, ਪਰ ਫਿਰ ਸਮੁੰਦਰ ਦਾ ਰੂਪ ਹੀ ਬਣ ਜਾਂਦੇ। ਇਸੇ ਤਰ੍ਹਾਂ ਕਹਿੰਦੇ ਸੋਨੇ ਦੇ ਗਹਿਣੇ ਜਦੋਂ ਸੋਨਾ ਢਾਲਿਆ ਗਿਆ ਸੋਨੇ ਦਾ ਰੂਪ ਬਣ ਜਾਂਦੇ ਨੇ। ਤੇ ਅਕਾਲ ਪੁਰਖ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਜਿਹੜੇ ਉਹਦੀ ਵਡਿਆਈ ਦੇ ਵਿੱਚ ਜੁੜ ਗਏ, ਇੱਕ ਦਿਨ ਉਹ ਵੀ ਉਹ ਅਕਾਲ ਪੁਰਖ ਦਾ ਰੂਪ ਹੀ ਬਣ ਜਾਂਦੇ ਹਨ। ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਉ। ਨਿਰੰਕਾਰ ਸੱਚੇ ਪਾਤਸ਼ਾਹ ਦੀ ਸਿਫਤ ਸਲਾਹ ਕਰਨ ਦੇ ਨਾਲ ਸੱਚਾ ਰੰਗ, ਲਾਲ ਰੰਗ ਉਸ ਸੰਸਾਰੀ ਜੀਵ ਦੇ ਉੱਤੇ ਚੜ ਜਾਂਦਾ ਹੈ, ਜਿਹਦੇ ਬਾਰੇ ਪਹਿਲਾਂ ਬੇਨਤੀ ਕੀਤੀ ਕਿ ਮਹਾਰਾਜ ਨੇ ਬਾਣੀ ਦੇ ਵਿੱਚ ਆਖ ਹੀ ਦਿੱਤਾ ਭਈ ਲਾਲ ਰੰਗ ਤਿਸ ਕੋ ਲੱਗਾ ਸੋਈ ਵੱਡ ਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ। ਸੱਚ ਮਿਲੇ ਸੰਤੋਖੀਆ ਹਰ ਜਪ ਏਕੈ ਪਾਏ। ਉਹ ਨਿਰੰਕਾਰ ਸੱਚੇ ਪਾਤਸ਼ਾਹ ਸੱਚੇ ਨੇ ਤੇ ਜੀਵ ਮਿਲਦਾ ਜਦੋਂ ਉਸ ਨੂੰ ਆਪ ਖੁਦ ਸੱਚਾ ਬਣ ਜਾਂਦਾ ਤੇ ਸੰਤੋਖੀਆਂ ਵਾਲਾ ਜੀਵਨ ਬਤੀਤ ਕਰ ਕਰਕੇ ਸੰਸਾਰ ਦੇ ਉੱਤੋਂ ਉਹ ਅਕਾਲ ਪੁਰਖ ਦੇ ਜਪ ਤਪ ਦੇ ਵਿੱਚ ਜਿਹੜਾ ਬਹਿ ਜਾਂਦਾ ਉਹੀ ਉਸ ਨੂੰ ਪਿਆਰਾ ਲੱਗਦਾ ਹੈ। ਭਾਈ ਰੇ ਸੰਤ ਜਨਾਂ ਕੀ ਰੇਣ। ਇਸ ਸੰਸਾਰ ਦੇ ਜੀਵੋ, ਇਹ ਮੇਰੇ ਮਿੱਤਰੋ, ਇਹ ਸਤ ਸੰਗਿਓ, ਪੂਰਨ ਸੰਤਾਂ ਦੇ ਚਰਨਾਂ ਦੇ ਵਿੱਚ ਬੈਠ ਕੇ ਸਾਨੂੰ ਉਹਨਾਂ ਦੇ ਕੋਲੋਂ ਨਾਮ ਜਪਣ ਦੀ, ਸੇਵਾ ਕਰਨ ਦੀ, ਬੰਦਗੀ ਕਰਨ ਦੀ ਜਾਚ ਸਿੱਖ ਲੈਣੀ ਚਾਹੀਦੀ ਹੈ। ਜਦੋਂ ਸਾਨੂੰ ਪ੍ਰਾਪਤ ਹੁੰਦੀ ਹੈ ਨਾਲ ਆਪਣੇ ਆਪ ਨੂੰ ਜਨ ਬਣਾਉਣ ਵਾਸਤੇ, ਨੀਵੇਂ ਬਣਾਉਣ ਵਾਸਤੇ, ਦਾਸ ਬਣਾਉਣ ਵਾਸਤੇ ਉਹਨਾਂ ਦੇ ਚਰਨਾਂ ਦੀ ਧੂੜ ਚੱਕ ਕੇ ਆਪਣੇ ਮਸਤਕ ਨੂੰ ਲਾਉਣੀ ਚਾਹੀਦੀ, ਜਿਹਦੇ ਨਾਲ ਸਾਡੇ ਕਰਮ ਜਿਹੜੇ ਪੁੱਠੇ ਨੇ ਉਹ ਖਤਮ ਹੋ ਜਾਣ ਤੇ ਸ਼ੁਭ ਕਰਮ ਪ੍ਰਗਟ ਹੋ ਜਾਵਣ। ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਤੇਣ। ਸੰਤਾਂ ਦੀ ਸਭਾ ਦੇ ਵਿੱਚ ਹੀ ਇਹ ਜਿਹੜੇ ਬਖਸ਼ੇ ਹੋਏ ਨੇ ਉਹਨਾਂ ਦੀ ਸਭਾ ਦੇ ਵਿੱਚ ਬੈਠ ਕੇ ਹੀ ਸਾਨੂੰ ਮੁਕਤੀ ਦਾ ਪਦਾਰਥ ਦਾ ਗਿਆਨ ਪ੍ਰਾਪਤ ਹੁੰਦਾ ਹੈ। ਰਹਾਉ ਊਚੋਂ ਥਾਨ ਸੁਹਾਵਣਾ ਉਪਰ ਮਹਿਲ ਮੁਰਾਰ। ਉੱਚੋ ਥਾਨ ਪ੍ਰਮਾਤਮਾ ਦੇ ਰਹਿਣ ਵਾਲਾ ਜਿਹੜਾ ਘਰ ਹੈ ਉਹ ਬਹੁਤ ਉੱਚਾ ਹੈ ਤੇ ਬਹੁਤ ਸੁੱਚਾ ਹੈ। ਉਹਦੇ ਵਿੱਚ ਜਾਣ ਵਾਸਤੇ ਤੁਹਾਨੂੰ ਇਹ ਸਾਧੂ ਸੰਤਾਂ ਦੀ ਸੇਵਾ ਕਰਨ ਦੇ ਨਾਲ ਤੁਹਾਨੂੰ ਉਹ ਪੌੜੀ ਮਿਲੇਗੀ। ਸੱਚ ਕਰਨੀ ਦੇ ਪਾਈਐ ਦਰ ਕਰ ਮਹਲ ਪਿਆਰ। ਉਸ ਦਰ, ਉਸ ਮਹਲ ਰਾਹੀਂ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ, ਸੇਵਾ ਸਿਮਰਨ ਤੇ ਸੰਤੋਖ ਦੇ ਨਾਲ, ਸੱਚ ਵਾਲਾ ਜੀਵਨ ਬਤੀਤ ਕਰਨ ਦੇ ਨਾਲ ਉਹ ਦਰ ਦਾ ਵੀ ਪਤਾ ਲੱਗ ਜਾਂਦਾ ਆਪਾਂ ਨੂੰ, ਔਰ ਉਹ ਦਰ ਘਰ ਜਦੋਂ ਪਤਾ ਲੱਗ ਗਿਆ ਉਹਦੇ ਨਾਲ ਸਾਡਾ ਪਿਆਰ ਪੈ ਜਾਂਦਾ ਹੈ ਔਰ ਉਹਦੇ ਨਾਲ ਅਸੀਂ ਪਿਆਰ ਪਾ ਲੈਂਦੇ ਹਾਂ। ਗੁਰਮੁਖ ਮਨ ਸਮਝਾਈਐ ਆਤਮ ਰਾਮ ਵਿਚਾਰ। ਜਿਹੜਾ ਗੁਰਮੁਖ ਆ, ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋ ਗਈ, ਸਤਿਗੁਰ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲ ਗਿਆ, ਉਹ ਆਪਣੇ ਮਨ ਨੂੰ ਸਮਝਾ ਲੈਂਦਾ। ਉਹ ਇਸ ਮਨ ਨੂੰ ਫਿਰ ਭਟਕਣਾ ਤੋਂ ਰੋਕ ਲੈਂਦਾ ਹੈ। ਉਹ ਕਹਿੰਦਾ ਆਪਣੇ ਮਨ ਨੂੰ ਸਮਝਾਉਂਦਾ ਵੀ ਪ੍ਰਮਾਤਮਾ ਅੰਦਰ ਹੀ ਬੈਠਾ ਹੈ। ਆਤਮ ਰਾਮ ਵਿਚਾਰ, ਉਹ ਸਤਿਗੁਰ ਤੇਰੇ ਅੰਦਰ ਹੀ ਬੈਠਾ ਹੈ। ਇਸ ਤਰ੍ਹਾਂ ਦੀਆਂ ਵਿਚਾਰਾਂ ਫਿਰ ਆਪਣੇ ਮਨ ਦੇ ਨਾਲ ਕਰਕੇ ਉਹ ਮਨ ਨੂੰ ਸਮਝਾਉਂਦਾ ਵੀ ਅੰਦਰੋਂ ਹੀ ਉਸਨੇ ਪ੍ਰਗਟ ਹੋ ਜਾਣਾ ਹੈ। ਤ੍ਰੈ ਬਿਦ ਕਰਮ ਕਮਾਈਐ ਆਸ ਅੰਦੇਸਾ ਹੋਏ। ਹੁਣ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤ੍ਰੈਬਿਦ ਕਰਮ ਕਮਾਈਏ, ਇਹ ਜਿਹੜੇ ਮਾਇਆ ਦੇ ਤਿੰਨ ਗੁਣ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਜਦੋਂ ਅਸੀਂ ਇਹੀ ਸਿਰਫ
ਕਮਾਉਂਦੇ ਰਹਾਂਗੇ ਤੇ ਆਸਾਂ ਅੰਦੇਸਾਂ ਦੇ ਵਿੱਚ ਹੀ ਫਸੇ ਰਹੇ ਤਾਂ ਕਿਉਂ ਗੁਰ ਬਿਨ ਤ੍ਰੈਕੁਟੀ ਛੁਟ ਸੀ, ਸਹਿਜ ਮਿਲਿਐ ਸੁਖ ਹੋਏ। ਨਿਰੰਕਾਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸਾਨੂੰ ਇਹਨਾਂ ਦੇ ਕੋਲੋਂ ਛੁਟਕਾਰਾ ਮਿਲ ਜਾਂਦਾ ਹੈ। ਸਹਿਜ ਮਿਲਿਐ ਸੁਖ ਹੋਏ। ਫਿਰ ਸਾਨੂੰ ਅਡੋਲਤਾ ਵਾਲਾ ਜੀਵਨ ਜਦੋਂ ਪ੍ਰਦਾਨ ਗੁਰੂ ਜੀ ਕਰ ਦਿੰਦੇ ਨੇ, ਬਖਸ਼ ਦਿੰਦੇ ਨੇ, ਫਿਰ ਅਸੀਂ ਸਦਾ ਹੀ ਸੁਖ ਦੇ ਵਿੱਚ ਹੀ ਬੈਠੇ ਰਹਿੰਦੇ ਨੇ। ਸਾਡੀ ਆਤਮਾ ਫਿਰ ਵਿਕਾਰਾਂ ਤੋਂ ਖਹਿੜਾ ਛੁਡਵਾ ਕੇ ਸਦਾ ਸੁਖ ਤੇ ਆਨੰਦ ਹੀ ਮਾਣਦੀ ਹੈ। ਨਿਜ ਘਰ ਮਹਿਲ ਪਛਾਣੀਐ, ਨਦਰ ਕਰੇ ਮਲ ਧੋਏ। ਗੁਰੂ ਨਾਨਕ ਨਿਰੰਕਾਰ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ, ਰਹਿਮਤ ਕਰਦੇ ਨੇ ਸੰਸਾਰ ਦੇ। ਕਹਿੰਦੇ ਨੇ ਨਿਜ ਘਰ ਮਹਲ ਪਛਾਣੀਐ। ਜਿਸ ਲਈ ਉਹ ਨਿਜ ਘਰ ਹੈ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਦਾ ਮਹਿਲ। ਜਿਸ ਲਈ ਸਤਿਗੁਰ ਦੀ ਕਿਰਪਾ ਹੁੰਦੀ ਹੈ, ਸਾਡਾ ਮਨ ਸਾਫ਼ ਹੋ ਜਾਂਦਾ, ਉਹਦੇ ਚਰਨਾਂ ਦੇ ਨਾਲ ਜੁੜ ਜਾਂਦਾ। ਫਿਰ ਸਾਨੂੰ ਉਹ ਨਿਜ ਘਰ ਦਾ ਗਿਆਨ ਹੋ ਜਾਂਦਾ ਤੇ ਸਤਿਗੁਰ ਦੀ ਰਹਿਮਤ ਦੇ ਨਾਲ ਸਾਡੇ ਅੰਦਰੋਂ ਸਾਰੀ ਮੈਲ ਉਸ ਨਾਮ ਦੇ ਨਾਲ ਅਸੀਂ ਧੋ ਦਿੰਦੇ ਹਾਂ, ਖਤਮ ਕਰ ਦਿੰਦੇ ਹਾਂ। ਬਿਨ ਗੁਰ ਮੈਲ ਨਾ ਉਤਰੈ, ਬਿਨ ਹਰ ਕਿਉਂ ਕਰ ਹੋਏ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬਿਨ ਗੁਰ ਮੈਲ ਨਾ ਉਤਰੈ, ਬਿਨ ਹਰ ਕਿਉਂ ਕਰ ਵਾਸ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਜਿੰਨਾ ਚਿਰ ਜਿਹੜੀ ਤੈਨੂੰ ਮੈਲ ਲੱਗੀ ਹੋਈ ਆ, ਇਹ ਮੈਲ ਜੇ ਦੂਰ ਨਾ ਤੇਰੇ ਕੋਲੋਂ ਹੋਈ, ਇਹ ਮੈਲ ਤੂੰ ਨਾ ਲਾਈ, ਉਹਨਾਂ ਚਿਰ ਉਹ ਅਕਾਲ ਪੁਰਖ ਦੇ ਦਰ ਘਰ ਦਾ ਤੈਨੂੰ ਕੋਈ ਪਤਾ ਨਹੀਂ ਲੱਗਣਾ। ਨਾ ਤੂੰ ਉਹਦੇ ਘਰ ਦੇ ਵਿੱਚ ਵਸ ਸਕੇਗਾ, ਨਾ ਆਪਣੀ ਉੱਥੇ ਜਗ੍ਹਾ ਬਣਾ ਸਕੇਗਾ। ਏਕੋ ਸ਼ਬਦ ਵਿਚਾਰੀਐ, ਅਵਰ ਤਿਆਗੈ ਆਸ। ਬਾਕੀ ਸਾਰੀਆਂ ਆਸਾਂ ਤ੍ਰਿਸ਼ਨਾ ਖਤਮ ਕਰ ਦੇ। ਹਰ ਵੇਲੇ ਸਤਿਗੁਰ ਦੇ ਚਰਨਾਂ ਦੇ ਵਿੱਚ ਅਰਜ਼ੋਈਆਂ ਕਰ, ਬੇਨਤੀਆਂ ਕਰ ਕਿ ਉਹ ਅਕਾਲ ਪੁਰਖ ਉਹ ਸ਼ਬਦ ਦੇ ਦੇਵੇ ਸਾਨੂੰ, ਉਹ ਨਾਮ ਪ੍ਰਗਟ ਕਰ ਦੇਵੇ ਜਿਹਦੇ ਵਿੱਚ ਅਸੀਂ ਹਰ ਵੇਲੇ ਗੁਰੂ ਦੇ ਗੁਣਾਂ ਨੂੰ ਹੀ ਵਿਚਾਰੀਏ। ਨਾਨਕ ਦੇਖ ਦਿਖਾਈਐ, ਹਉ ਸਦ ਬਲਹਾਰੈ ਜਾਸ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਨਾਨਕ ਦੇਖ ਦਿਖਾਈਆ। ਨਿਰੰਕਾਰ ਕਹਿੰਦੇ ਨੇ ਜਿਹੜਾ ਜੀਵ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਕਿਰਪਾ, ਗੁਰੂ ਮਹਾਰਾਜ ਕਹਿੰਦੇ ਨੇ ਵੀ ਜਦੋਂ ਉਹਦੀ ਕਿਰਪਾ ਹੁੰਦੀ ਹੈ ਤੇ ਫਿਰ ਸਾਨੂੰ ਉਹ ਜਿਹੜਾ ਦਰ ਆ, ਉਹ ਘਰ ਸੱਚਖੰਡ ਦਾ ਜਦੋਂ ਗਿਆਨ ਹੋ ਜਾਂਦਾ ਤੇ ਫਿਰ ਸਾਨੂੰ ਆਪਣੇ ਪਰਮਾਤਮਾ ਦੇ ਉੱਤੋਂ, ਆਪਣੇ ਨਿਰੰਕਾਰ ਦੇ ਉੱਤੋਂ ਬਲਿਹਾਰ ਜਾਣਾ ਅਸੀਂ ਕਰੀਏ। ਉਸ ਨੂੰ ਹਰ ਵੇਲੇ ਤਨ ਤਨ ਆਖ ਕਰੀਏ, ਰੋਮ ਰੋਮ ਕਰਕੇ ਉਹਦੀ ਬੰਦਗੀ ਦੇ ਵਿੱਚ, ਉਹਦੇ ਸ਼ੁਕਰਾਨੇ ਦੇ ਵਿੱਚ ਜੁੜ ਜਾਈਏ। ਆਪਣੇ ਆਪ ਨੂੰ ਇੰਨੇ ਨੀਵੇਂ ਕਰ ਲਈਏ ਕਿ ਕਿਸੇ ਨੂੰ ਪਤਾ ਵੀ ਨਾ ਲੱਗਣ ਦੇਈਏ ਵੀ ਅਸੀਂ ਬੰਦਗੀ ਕਰ ਰਹੇ ਜਾਂ ਨਹੀਂ ਕਰ ਰਹੇ। ਬਸ ਇਹ ਦੁਨੀਆ ਜਿਹੜੀ ਆ, ਇਹਦੇ ਵਿੱਚ ਇੱਕ ਕਹਿੰਦੇ ਨੇ ਬੀ ਏ ਫੂਲ ਇਨ ਦਿਸ ਵਰਲਡ। ਤੁਸੀਂ ਇਸ ਤਰ੍ਹਾਂ ਇਸ ਸੰਸਾਰ ਦੇ ਉੱਤੇ ਜੀਵਨ ਆਪਣਾ ਬਤੀਤ ਕਰੋ ਕਿ ਜਿਸ ਤਰ੍ਹਾਂ ਕੋਈ ਇੱਕ ਪਾਗਲ ਤੁਰਿਆ ਫਿਰਦਾ ਹੁੰਦਾ, ਪਰ ਤੁਹਾਨੂੰ ਪਤਾ ਹੋਵੇ, ਤੁਸੀਂ ਇੰਨੇ ਸੁਚੇਤ ਹੋ ਕਿ ਤੁਹਾਡਾ ਮਨ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ ਜੁੜਿਆ ਹੈ। ਤੁਹਾਡਾ ਅਸਥਾਨ ਨਿਰੰਕਾਰ ਸੱਚੇ ਪਾਤਸ਼ਾਹ ਨੇ ਆਪਣੇ ਚਰਨਾਂ ਦੇ ਵਿੱਚ ਬਣਾ ਲਿਆ ਹੈ। ਅੱਜ ਇੰਨੀ ਹੀ ਸੇਵਾ ਪ੍ਰਵਾਨ ਕਰ ਲੈਣੀ ਆਪ ਜੀ ਨੇ। ਹੋਈਆਂ ਭੁੱਲਾਂ ਚੁੱਕਾਂ ਮਨ ਦੇਖੇਵਾ, ਨਿਰੰਕਾਰ ਜਦੋਂ ਕਿਰਪਾ ਕਰਨਗੇ ਫਿਰ ਆਪ ਜੀ ਦੇ ਚਰਨਾਂ ਦੇ ਵਿੱਚ ਹਾਜ਼ਰ ਹੋ ਜਾਵਾਂਗੇ। ਤਦ ਤੱਕ ਛੁੱਟੀਆਂ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।